ਲਗਭਗ ਡੇਢ ਕੁ ਦਹਾਕੇ ਤੋਂ ਜੀ ਇਸ ਜਿਹੜੀ ਸਾਡੀ ਵਿਰਾਸਤੀ ਖੇਡ ਹੈ ਗੱਤਕਾ ਸੋਟੀ ਉਸ ਨੂੰ ਓਲੰਪਿਕ ਖੇਡਾਂ 'ਚ ਸ਼ਾਮਲ ਕਰਾਉਣ ਲਈ ਇੱਕ ਵਿਉਂਤਬੰਦੀ ਕੀਤੀ ਹੋਈ। ਜਦੋਂ ਅਸੀਂ ਓਲੰਪਿਕ 'ਚ ਜਾਣਾ ਹੈ ਤਾਂ ਉਹ ਖੇਡ ਉਸ ਮਿਆਰ ਦੀ ਹੋਵੇ ਜਿਸ ਮਿਆਰ 'ਚ ਅੱਜ ਕੱਲ੍ਹ ਦੂਜੀਆਂ ਖੇਡਾਂ ਉਸ ਮਿਆਰ 'ਤੇ ਪਹੁੰਚੀਆਂ ਹੋਈਆਂ। ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਇੱਥੋਂ ਕਿ ਇੱਥੋਂ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਇਸ ਨੂੰ ਇੱਕ ਖੇਡ ਬਣਵਾਇਆ, ਜਿਹੜੀ ਅੱਜ ਘੱਟੋ ਘੱਟ 115 ਪੇਜਾਂ ਦੀ ਰੂਲ ਬੁੱਕ ਬਣੀ ਹੋਈ ਆ ਕਿ ਹਾਊ ਟੂ ਪਲੇ ਗੱਤਕਾ, ਕਿ ਕਿਸ ਤਰ੍ਹਾਂ ਇਹਨੂੰ ਖੇਡਣਾ, ਕਿਹੜੇ ਇਹਦੇ ਫਾਉਲ ਨੇ, ਕਿਸ ਤਰ੍ਹਾਂ ਮਤਲਬ ਇਹ ਸਾਰੀ ਇਹਦੀ ਪੂਰੀ ਵਿਉਂਤਬੰਦੀ ਆ ਜਿਹੜੀ ਉਹ ਕੀਤੀ ਹੋਈ ਆ। ਤੇ ਅੱਜ ਗੱਤਕਾ ਖਿਡਾਰੀਆਂ ਨੂੰ ਮਤਲਬ ਲੱਖਾਂ ਦੇ ਇਨਾਮ ਮਿਲਦੇ ਆ। ਅੱਜ ਹੀ ਤੁਸੀਂ ਦੇਖ ਲਓ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਸਪੋਰਟਸ ਪਾਲਿਸੀ ਆਈ ਹੈ ਅਤੇ ਉਹਨਾਂ ਨੇ ਜਿਹੜੇ ਸਾਡੇ ਖੇਲੋ ਇੰਡੀਆ 'ਚ ਖਿਡਾਰੀ ਜਿੱਤੇ ਸੀ 50-50 ਹਜ਼ਾਰ ਰੁਪਇਆ ਉਹਨਾਂ ਨੂੰ ਦਿੱਤਾ। ਜਿਹੜਾ ਹੁਣ ਗੱਤਕਾ ਦੇ ਅਲੱਗ-ਅਲੱਗ ਟੂਰਨਾਮੈਂਟ ਕਰਵਾਏ, ਮਤਲਬ ਪਹਿਲਾਂ ਸਟੇਟ ਹੁੰਦੀ ਹੈ, ਸਭ ਤੋਂ ਪਹਿਲਾਂ ਬੇਸਿਕ ਜਿਹੜਾ ਹੇਠਾਂ ਡਿਸਟ੍ਰਿਕਟ ਹੁੰਦਾ, ਫਿਰ ਡਿਸਟ੍ਰਿਕਟ ਆਪਸ 'ਚ ਕਰਦੇ ਆ ਅਤੇ ਉਹਨੂੰ ਸਟੇਟ ਕਹਿੰਦੇ ਆ, ਇੰਟਰ ਡਿਸਟ੍ਰਿਕਟ ਜਿਹਨੂੰ ਕਹਿੰਦੇ ਆ, ਉਹ ਟੂਰਨਾਮੈਂਟ ਹੁੰਦੇ ਆ ਪੂਰੇ ਇੰਡੀਆ 'ਚ ਇਹ ਸ਼ੁਰੂ ਕਰਵਾਏ ਆ। ਫਿਰ ਉਸ ਤੋਂ ਬਾਅਦ ਸਟੇਟ ਚੈਂਪੀਅਨਸ਼ਿਪ ਹੁੰਦੀ ਆ, ਫਿਰ ਉਸ ਤੋਂ ਬਾਅਦ ਨੈਸ਼ਨਲ ਚੈਂਪੀਅਨਸ਼ਿਪ ਹੁੰਦੀ ਆ। ਉਹਦੇ 'ਚ ਜਿੰਨੇ ਸਟੇਟ ਨੇ ਇੰਡੀਆ ਦੇ, ਮਤਲਬ ਸਾਡਾ ਇਸ ਵੇਲੇ 22 ਸਟੇਟਾਂ ਦੇ ਵਿੱਚ ਸਾਡੀ ਪ੍ਰੈਜ਼ੈਂਸ ਹੈ। ਅਸੀਂ 22 ਸਟੇਟਾਂ ਦੇ ਵਿੱਚ ਗੱਤਕਾ ਐਸੋਸੀਏਸ਼ਨਸ ਬਣਾਈਆਂ। ਗੱਤਕਾ ਹੈ, ਗੱਤਕਾ ਜਿਹੜਾ ਮਾਰਸ਼ਲ ਗੇਮ ਹੈ ਜਿਹੜੀ ਜੀ, ਇਹ ਪੰਜਾਬ ਤੋਂ ਇਲਾਵਾ, ਕਿਉਂਕਿ ਅਸੀਂ ਇਹਨੂੰ ਵਿਰਾਸਤੀ ਗੇਮ ਕਹਿੰਦੇ ਹਾਂ ਪੰਜਾਬ ਦੀ ਜੀ, ਲੇਕਿਨ ਇਸ ਤੋਂ ਇਲਾਵਾ ਸਾਊਥ ਦੇ ਵਿੱਚ ਕਾਫੀ ਪ੍ਰਚਲਿਤ ਹੈ। ਜੀ, ਬੇਸ਼ੱਕ ਉਹਦਾ ਨਾਂ ਕੁਛ ਹੋਰ ਹੋਵੇਗਾ ਜੀ, ਤੋ ਉਹਦੇ ਨਾਲ ਇਹਦਾ ਇੱਕ ਤਾਂ ਕੋਈ ਸੰਬੰਧ ਹੈ ਆਪਸ ਵਿੱਚ। ਇਹ ਕੁਤਕਾ ਖੁਤਕਾ ਤੋਂ ਲਫ਼ਜ਼ ਸੁਧਰ ਕੇ ਗੁਰੂ ਸਾਹਿਬ ਨੇ ਇਹਨੂੰ ਗੱਤਕਾ ਸੋਟੀ ਰੱਖਿਆ ਹੋਇਆ। ਸਾਂਝਾ ਟੀਵੀ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ ਔਰ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਮੇਰਾ ਵੀਕਲੀ ਸਟੇਟ ਟਾਕ। ਸਟੇਟ ਟਾਕ 'ਚ ਮੈਂ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਂਦਾ ਹੁੰਦਾ ਆ, ਔਰ ਇਸ ਵਾਰ ਜਿਹੜੇ ਮੇਰੇ ਨਾਲ ਸ਼ਖਸੀਅਤ ਆ ਉਹਨਾਂ ਦਾ ਨਾਮ ਹੈ ਹਰਜੀਤ ਸਿੰਘ ਗਰੇਵਾਲ। ਆਓ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਹਰਜੀਤ ਸਿੰਘ ਗਰੇਵਾਲ ਦਾ, ਤੁਹਾਨੂੰ ਮਿਲਾਉਣਾ ਇਸ ਸ਼ਖਸੀਅਤ ਨਾਲ। ਸਵਾਗਤ ਹੈ ਜੀ ਤੁਹਾਡਾ। ਕੋਈ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਰਜੀਤ ਸਿੰਘ ਗਰੇਵਾਲ ਪੰਜਾਬ ਸਰਕਾਰ ਦੇ ਵਿੱਚ ਅਫਸਰ ਨੇ, ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਅੰਦਰ ਇਹ ਜੁਆਇੰਟ ਡਾਇਰੈਕਟਰ ਨੇ, ਔਰ ਨਾਲ ਹੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ। ਗੱਤਕੇ ਦੇ ਲਈ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਆ, ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਇਸ ਪੰਜਾਬ ਦੀ ਮਹਾਨ ਖੇਡ ਨੂੰ ਕੌਮੀ ਪੱਧਰ ਤੱਕ ਲੈ ਕੇ ਜਾਣ ਲਈ, ਔਰ ਬੜੇ ਸਫਲ ਹੋਏ ਨੇ। ਇਹਨਾਂ ਨੇ ਗੱਤਕਾ ਐਸੋਸੀਏਸ਼ਨ ਨੂੰ ਓਲੰਪਿਕ ਐਸੋਸੀਏਸ਼ਨ ਦੇ ਨਾਲ ਐਸੋਸੀਏਟ ਕਰਵਾਉਣ ਦੀ ਇੱਕ ਆਪਣੇ ਮਨ 'ਚ ਰੀਝ ਰੱਖੀ ਹੋਈ ਹੈ, ਔਰ ਉਹਦੇ ਲਈ ਯਤਨਸ਼ੀਲ ਨੇ। ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਸਫਲ ਹੋ ਜਾਣਗੇ। ਇਸ ਤੋਂ ਪਹਿਲਾਂ ਗੱਤਕਾ ਖੇਡ ਨੇ ਕਿਹੜੀਆਂ ਸਫਲਤਾਵਾਂ ਹਾਸਲ ਕੀਤੀਆਂ, ਕਿਹੜੇ ਮੁਕਾਮ ਤੱਕ ਇਹ ਲੈ ਕੇ ਗਏ ਨੇ, ਸਿੱਧਾ ਇਹਨਾਂ ਨਾਲ ਸਵਾਲ ਕਰਦੇ ਹਾਂ ਅਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਇਸ ਵੇਲੇ ਜਿਹੜੀ ਗੱਤਕਾ ਐਸੋਸੀਏਸ਼ਨ ਹੈ, ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਨਾਲ ਇਹ ਸੰਬੰਧਿਤ ਕਰਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਏ ਆ, ਪਰ ਅੱਗੇ ਜਾ ਕੇ ਤੁਹਾਡੇ ਕੀ ਸੁਪਨੇ ਨੇ? ਅਸੀਂ ਪਿਛਲੇ ਲਗਭਗ ਡੇਢ ਕੁ ਦਹਾਕੇ ਤੋਂ ਜੀ ਇਸ ਜਿਹੜੀ ਸਾਡੀ ਵਿਰਾਸਤੀ ਖੇਡ ਹੈ ਗੱਤਕਾ ਸੋਟੀ, ਉਸ ਨੂੰ ਓਲੰਪਿਕ ਖੇਡਾਂ 'ਚ ਸ਼ਾਮਲ ਕਰਾਉਣ ਲਈ ਇੱਕ ਵਿਉਂਤਬੰਦੀ ਕੀਤੀ ਹੋਈ ਹੈ। ਉਸ ਵਿਉਂਤਬੰਦੀ ਦੇ ਤਹਿਤ ਅਸੀਂ ਇੱਕ ਵਿਜ਼ਨ ਡਾਕੂਮੈਂਟ ਤਿਆਰ ਕੀਤਾ। ਵਿਜ਼ਨ ਡਾਕੂਮੈਂਟ ਜਿਹੜਾ ਹੈਗਾ 2030 ਤੱਕ ਦਾ, 2030 ਦਾ, ਕਿ ਅਸੀਂ ਉਹਦੇ 'ਚ ਫੇਜ਼ ਵਾਈਜ਼ ਪੜਾਅਵਾਰ ਉਹਦੇ 'ਚ ਕੀ ਕਰਨਾ ਹੈ, ਕਿੱਥੇ ਕਿੱਥੇ ਇਹਦੀ ਅਸੀਂ ਪ੍ਰਮੋਸ਼ਨ ਕਰਨੀ ਆ, ਕਿੱਥੇ ਕਿੱਥੇ ਇਹਦੀ ਡਿਵੈਲਪਮੈਂਟ ਕਰਾਉਣੀ ਆ, ਅਤੇ ਕਿਹੜੀ ਕਿਹੜੀ ਮਾਨਤਾ ਇਸ ਖੇਡ ਨੂੰ ਦਿਵਾਉਣੀ ਆ। ਅਤੇ ਉਸ ਦੇ ਵਿੱਚ ਨਾਲ ਡਿਜੀਟਲਾਈਜੇਸ਼ਨ ਵੀ ਕਰਨੀ ਆ, ਕਿਉਂਕਿ ਜਦੋਂ ਅਸੀਂ ਓਲੰਪਿਕ 'ਚ ਜਾਣਾ ਹੈ ਤਾਂ ਉਹ ਖੇਡ ਉਸ ਮਿਆਰ ਦੀ ਹੋਵੇ ਜਿਸ ਮਿਆਰ 'ਚ ਅੱਜ ਕੱਲ੍ਹ ਦੂਜੀਆਂ ਖੇਡਾਂ ਉਸ ਮਿਆਰ 'ਤੇ ਪਹੁੰਚੀਆਂ ਹੋਈਆਂ ਨੇ। ਉਹ ਡਿਜੀਟਲਾਈਜੇਸ਼ਨ ਪ੍ਰੋਸੈਸ ਵੀ ਆ ਜਿਹੜਾ ਉਹ ਇਸ ਦਾ ਪਾਰਟ ਹੈ। ਉਸ ਦੇ ਤਹਿਤ ਅਸੀਂ ਜਿਹੜਾ ਪਹਿਲਾਂ ਪੰਜਾਬ ਦਾ ਮਾਡਲ ਤਿਆਰ ਕੀਤਾ, ਫਿਰ ਇੰਡੀਆ ਦਾ ਮਾਡਲ ਤਿਆਰ ਕੀਤਾ। ਹੁਣ ਇੰਡੀਆ ਦੇ ਵਿੱਚ ਲਗਭਗ ਅਸੀਂ ਇੱਕ ਖੇਡ ਨੂੰ ਜਿੱਥੇ ਤੱਕ ਮਾਨਤਾ ਹੋਣੀ ਚਾਹੀਦੀ ਆ ਉਹਦੇ ਕਰੀਬ ਆ।
ਤੇ ਇਸ ਮਾਡਲ ਨੂੰ ਫਿਰ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਰੈਪਲੀਕੇਟ ਕਰ ਰਹੇ ਹਾਂ। ਇੱਥੇ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਇੱਥੋਂ ਕਿ ਇੱਥੋਂ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਇਸ ਨੂੰ ਇੱਕ ਖੇਡ ਬਣਵਾਇਆ। ਫਿਰ ਇਸ ਖੇਡ ਦਾ ਅਸੀਂ ਜਿਹੜਾ ਸਾਡਾ ਪੰਜਾਬ ਸਕੂਲ ਸਿੱਖਿਆ ਵਿਭਾਗ ਹੈ ਉਹਦੀ ਅਸੀਂ 5ਵੀਂ ਦੀ ਜਮਾਤ ਦੇ ਵਿੱਚ ਇੱਕ ਲੈਸਨ ਵੀ ਲਗਵਾਇਆ ਸੋ ਦੈਟ ਬੱਚਿਆਂ ਨੂੰ ਅਵੇਅਰਨੈਸ ਹੋ ਜਾਏ, ਸਿਲੇਬਸ ਦਾ ਹਿੱਸਾ ਬਣਾਇਆ। ਸਾਡੀ ਆਪਣੀ ਗੱਤਕਾ ਖੇਡਣ ਲਈ ਇੱਕ ਬਾਕਾਇਦਾ ਰੂਲ ਬੁੱਕ ਬਣੀ, ਜਿਹੜੀ ਅੱਜ ਘੱਟੋ ਘੱਟ 115 ਪੇਜਾਂ ਦੀ ਰੂਲ ਬੁੱਕ ਬਣੀ ਹੋਈ ਆ ਕਿ ਹਾਊ ਟੂ ਪਲੇ ਗੱਤਕਾ, ਕਿ ਕਿਸ ਤਰ੍ਹਾਂ ਇਹਨੂੰ ਖੇਡਣਾ, ਕਿਹੜੇ ਇਹਦੇ ਫਾਉਲ ਨੇ, ਕਿਸ ਤਰ੍ਹਾਂ ਮਤਲਬ ਇਹ ਸਾਰੀ ਇਹਦੀ ਪੂਰੀ ਵਿਉਂਤਬੰਦੀ ਆ ਜਿਹੜੀ ਉਹ ਕੀਤੀ ਹੋਈ ਆ। ਤੇ ਫਿਰ ਉਸ ਤੋਂ ਬਾਅਦ ਇਸ ਨੂੰ ਪੂਰੇ ਇੰਡੀਆ ਦੀਆਂ ਯੂਨੀਵਰਸਿਟੀਆਂ ਸ਼ਾਮਲ ਕਰਾਇਆ, ਨੈਸ਼ਨਲ ਜਿਹੜੀਆਂ ਸਕੂਲ ਗੇਮਸ ਹੁੰਦੀਆਂ ਉਹਨਾਂ 'ਚ ਇਨਕਲੂਡ ਕਰਵਾਇਆ। ਦੈਨ ਹੁਣ ਜਿਹੜੀ ਆ ਗੌਰਮੈਂਟ ਆਫ ਇੰਡੀਆ ਵੱਲੋਂ ਜਿਹੜੀ ਖੇਲਾਂ ਹੁੰਦੀਆਂ ਨੇ, ਖੇਲੋ ਇੰਡੀਆ ਯੂਥ ਗੇਮਸ ਹੁੰਦੀਆਂ ਨੇ, ਉਹ ਮਿਨਿਸਟਰੀ ਆਫ ਸਪੋਰਟਸ ਐਂਡ ਯੂਥ ਅਫੇਅਰਸ ਗੌਰਮੈਂਟ ਆਫ ਇੰਡੀਆ ਉਹ ਕਰਵਾਉਂਦੀ ਹੈ, ਉਹਦੇ ਵਿੱਚ ਵੀ ਸ਼ਾਮਲ ਹੋ ਗਿਆ। ਔਰ ਵੱਡੀ ਇਹ ਪ੍ਰਾਪਤੀ ਸੀਗੀ ਕਿ ਗੌਰਮੈਂਟ ਆਫ ਇੰਡੀਆ ਖੁਦ ਇਹਨਾਂ ਦੇ ਟੂਰਨਾਮੈਂਟ ਕਰਾਉਂਦੀ ਆ, ਖੁਦ ਉਹਦੀ ਫੰਡਿੰਗ ਕਰਦੀ ਆ, ਖਿਡਾਰੀਆਂ ਨੂੰ ਬਹੁਤ ਜਿਹੜੀਆਂ ਬਰਾਬਰ ਦੀਆਂ ਅੱਜ ਓਲੰਪਿਕ ਦੀਆਂ ਖੇਡਾਂ ਨੇ ਉਹਦੇ ਬਰਾਬਰ ਦੀ ਜਿਹੜੀ ਹੈਗੀ ਆ ਉਹਨੂੰ ਸਹੂਲਤਾਂ ਪ੍ਰਦਾਨ ਕਰਕੇ ਉਸ ਦੇ ਵਿੱਚ ਲਿਆਉਂਦੀ ਆ। ਤੇ ਅੱਜ ਗੱਤਕਾ ਖਿਡਾਰੀਆਂ ਨੂੰ ਮਤਲਬ ਲੱਖਾਂ ਦੇ ਇਨਾਮ ਮਿਲਦੇ ਆ। ਅੱਜ ਹੀ ਤੁਸੀਂ ਦੇਖ ਲਓ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਸਪੋਰਟਸ ਪਾਲਿਸੀ ਆਈ ਹੈ ਤੇ ਉਹਨਾਂ ਨੇ ਜਿਹੜੇ ਸਾਡੇ ਖੇਲੋ ਇੰਡੀਆ 'ਚ ਖਿਡਾਰੀ ਜਿੱਤੇ ਸੀ 50-50 ਹਜ਼ਾਰ ਰੁਪਇਆ ਉਹਨਾਂ ਨੂੰ ਦਿੱਤਾ। ਇਸੇ ਤਰ੍ਹਾਂ ਪੰਜਾਬ ਗੌਰਮੈਂਟ ਨੇ ਵੀ ਉਹਨਾਂ ਨੂੰ 50-50 ਹਜ਼ਾਰ ਰੁਪਇਆ ਦਿੱਤਾ। ਇਸੇ ਤਰ੍ਹਾਂ ਬਾਹਰਲੀਆਂ ਸਟੇਟਾਂ 'ਚੋਂ ਜਿਹੜੇ ਬੱਚੇ ਜਿੱਤੇ ਸੀਗੇ ਉੱਥੇ ਕਿਸੇ ਨੇ 5 ਲੱਖ, ਕਿਸੇ ਨੇ 10 ਲੱਖ, ਕਿਸੇ ਨੇ ਕਿੰਨਾ, ਮਤਲਬ ਕਿਉਂਕਿ ਉਹ ਖੇਲੋ ਇੰਡੀਆ ਦਾ ਇੱਕ ਪੈਟਰਨ ਹੈ, ਉਹਦੇ 'ਚ ਚਾਹੇ ਉਹ ਹਾਕੀ ਹੋਵੇ, ਵਾਲੀਬਾਲ ਹੋਵੇ, ਬਾਸਕਟਬਾਲ ਹੋਵੇ ਤੇ ਗੱਤਕਾ ਹੋਵੇ, ਉਹਦੇ ਇਨਾਮ ਬਰਾਬਰ ਹੀ ਹੁੰਦੇ ਆ। ਇਹ ਬੜੀ ਵੱਡੀ ਸਾਡੇ ਲਈ ਇੱਕ ਵੱਡੀ ਅਚੀਵਮੈਂਟ ਸੀਗੀ। ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੁਣ ਗੱਤਕਾ ਦੇ ਅਲੱਗ-ਅਲੱਗ ਟੂਰਨਾਮੈਂਟ ਕਰਵਾਏ। ਮਤਲਬ ਪਹਿਲਾਂ ਸਟੇਟ ਹੁੰਦੀ ਹੈ, ਸਭ ਤੋਂ ਪਹਿਲਾਂ ਬੇਸਿਕ ਜਿਹੜਾ ਹੇਠਾਂ ਡਿਸਟ੍ਰਿਕਟ ਹੁੰਦਾ, ਫਿਰ ਡਿਸਟ੍ਰਿਕਟ ਆਪਸ 'ਚ ਕਰਦੇ ਆ ਤੇ ਉਹਨੂੰ ਸਟੇਟ ਕਹਿੰਦੇ ਆ, ਇੰਟਰ ਡਿਸਟ੍ਰਿਕਟ ਜਿਹਨੂੰ ਕਹਿੰਦੇ ਆ, ਉਹ ਟੂਰਨਾਮੈਂਟ ਹੁੰਦੇ ਆ ਪੂਰੇ ਇੰਡੀਆ 'ਚ, ਇਹ ਸ਼ੁਰੂ ਕਰਵਾਏ ਆ। ਫਿਰ ਉਸ ਤੋਂ ਬਾਅਦ ਸਟੇਟ ਚੈਂਪੀਅਨਸ਼ਿਪ ਹੁੰਦੀ ਹੈ, ਫਿਰ ਉਸ ਤੋਂ ਬਾਅਦ ਨੈਸ਼ਨਲ ਚੈਂਪੀਅਨਸ਼ਿਪ ਹੁੰਦੀ ਆ। ਉਹਦੇ 'ਚ ਜਿੰਨੇ ਸਟੇਟ ਨੇ ਇੰਡੀਆ ਦੇ, ਮਤਲਬ ਸਾਡਾ ਇਸ ਵੇਲੇ 22 ਸਟੇਟਾਂ ਦੇ ਵਿੱਚ ਸਾਡੀ ਪ੍ਰੈਜ਼ੈਂਸ ਹੈ। ਅਸੀਂ 22 ਸਟੇਟਾਂ ਦੇ ਵਿੱਚ ਗੱਤਕਾ ਐਸੋਸੀਏਸ਼ਨਸ ਬਣਾਈਆਂ ਜਿਨ੍ਹਾਂ ਨੂੰ ਕੰਟਰੋਲ ਕਰਦੀ ਹੈ ਇੰਡੀਆ ਦੀ ਬਾਡੀ ਜਿਹੜੀ ਹੈਗੀ ਆ ਸਾਡੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਕੰਟਰੋਲ ਕਰਦੀ ਆ। 22 ਸਟੇਟਾਂ ਦੀਆਂ ਹਰੇਕ ਦੀ ਹਰਿਆਣਾ ਗੱਤਕਾ ਐਸੋਸੀਏਸ਼ਨ ਦਿੱਲੀ, ਗੱਤਕਾ ਐਸੋਸੀਏਸ਼ਨ ਮਹਾਰਾਸ਼ਟਰਾ, ਇਸ ਤਰ੍ਹਾਂ ਬਣੀਆਂ ਹੋਈਆਂ। ਉਹ ਆਪੋ ਆਪਣੇ ਸਟੇਟਾਂ ਦੇ ਵਿੱਚ ਡਿਸਟ੍ਰਿਕਟ ਲੈਵਲ ਤੱਕ ਟੂਰਨਾਮੈਂਟ ਕਰਵਾਉਂਦੀਆਂ। ਹੁਣ ਸਾਡੇ ਨੈਸ਼ਨਲ ਟੂਰਨਾਮੈਂਟ, ਜਿਵੇਂ ਇੱਕ ਤਾਂ ਨੈਸ਼ਨਲ ਟੂਰਨਾਮੈਂਟ ਸਾਡਾ ਹੋ ਗਿਆ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਜਿਹਨੂੰ ਕਹਿੰਦੇ ਆ, ਉਸ ਤੋਂ ਬਾਅਦ ਅਸੀਂ, ਕਿਉਂਕਿ ਉਹ ਸਾਡਾ ਸਾਲ 'ਚ ਇੱਕੋ ਹੀ ਹੁੰਦਾ ਸੀਗਾ ਐਜ਼ ਪਰ ਓਲੰਪਿਕ ਚਾਰਟਰ ਦੇ ਮੁਤਾਬਕ, ਉਸ ਤੋਂ ਬਾਅਦ ਫਿਰ ਅਸੀਂ ਕਿਹਾ ਕਿ ਬੱਚੇ ਸਾਰਾ ਸਾਲ ਕੁਛ ਨਾ ਕੁਛ ਐਕਟੀਵਿਟੀ ਕਰਦੇ ਰਹਿਣ, ਉਹਨਾਂ ਨੂੰ ਰੂਲਾਂ ਦੀ ਸਮਝ ਰਵੇ, ਉਹਨਾਂ ਦੀ ਫਿਜ਼ੀਕ ਕਾਇਮ ਰਵੇ, ਮਤਲਬ ਲਿਥਾਰਜਿਕ ਨਾ ਹੋ ਜਾਣ। ਤਾਂ ਅਸੀਂ ਉਹਦੇ ਬਰਾਬਰ ਫਿਰ ਇੱਕ ਨੈਸ਼ਨਲ ਟੂਰਨਾਮੈਂਟ ਹੋਰ ਬਣਾਇਆ, ਉਹ ਹੈਗਾ ਫੈਡਰੇਸ਼ਨ ਕੱਪ, ਫੈਡਰੇਸ਼ਨ ਗੱਤਕਾ ਕੱਪ। ਅਸੀਂ ਉਹ ਵੀ ਇੰਪਲੀਮੈਂਟ ਕਰਤਾ ਅੱਗੇ ਤੋਂ ਹਰ ਸਾਲ। ਇਸ ਵਾਰੀ ਚੰਡੀਗੜ੍ਹ ਹੀ ਹੋਇਆ, 3 ਦਿਨ ਦਾ ਟੂਰਨਾਮੈਂਟ ਸੀ ਫੈਡਰੇਸ਼ਨ ਗੱਤਕਾ ਕੱਪ। ਅਤੇ ਜਿਹੜਾ ਹੁਣ 2024 ਦਾ ਫੈਡਰੇਸ਼ਨ ਗੱਤਕਾ ਕੱਪ ਹੋਣਾ ਹੈ, ਇਹ 2023 ਦਾ ਸੀ, 2024 'ਚ ਜਿਹੜਾ ਹੋਣਾ ਉਹ ਛੱਤੀਸਗੜ੍ਹ ਨੇ ਮਤਲਬ ਰਿਕੁਐਸਟ ਕਰਕੇ ਸਾਡੇ ਤੋਂ ਉਹ ਲੈ ਲਿਆ ਹੋਇਆ। ਉਹ ਛੱਤੀਸਗੜ੍ਹ 'ਚ ਹੋਊਗਾ, ਰਾਏਪੁਰ ਉਹਨਾਂ ਦੀ ਰਾਜਧਾਨੀ 'ਚ। ਇਸੇ ਤਰ੍ਹਾਂ ਹੀ ਅਸੀਂ ਜਿਹੜਾ ਇੱਕ ਹੋਰ ਨੈਸ਼ਨਲ ਟੂਰਨਾਮੈਂਟ ਸ਼ੁਰੂ ਕੀਤਾ, ਚੈਂਪੀਅਨਸ ਗੱਤਕਾ ਟਰੋਫੀ। ਉਹਦੇ 'ਚ ਵੀ ਹੁਣ ਜਿਹੜਾ ਫੈਡਰੇਸ਼ਨ ਕੱਪ ਹੋਇਆ ਸੀ ਉਹਦੇ 'ਚ 15 ਸਟੇਟਾਂ ਨੇ ਪਾਰਟੀਸਪੇਟ ਕੀਤਾ। ਇਸੇ ਤਰ੍ਹਾਂ ਹੀ ਚੈਂਪੀਅਨਸ ਗੱਤਕਾ ਟਰੋਫੀ ਅਸੀਂ ਇੱਕ ਨਵਾਂ ਟੂਰਨਾਮੈਂਟ ਨੈਸ਼ਨਲ ਲੈਵਲ ਦਾ ਸ਼ੁਰੂ ਕੀਤਾ। ਉਸ 'ਚ ਜਿਹੜਾ ਹੈਗਾ ਉਹ ਅਗਸਤ ਅਤੇ ਸਤੰਬਰ ਮਹੀਨੇ ਅਸੀਂ ਰੱਖ ਰਹੇ ਹਾਂ ਅਤੇ ਉਸ ਦੇ ਵਿੱਚ 18 ਸਟੇਟਾਂ ਨੇ ਪਾਰਟੀਸਪੇਟ ਕਰਨਾ ਹੈ। ਮਤਲਬ ਇਸ ਤਰ੍ਹਾਂ ਅਸੀਂ ਇੱਕ ਤਾਂ ਨੈਸ਼ਨਲ ਨੂੰ ਇਹਨੇ ਸ਼ੁਰੂ ਕਰਾਤਾ। ਇਸੇ ਤਰ੍ਹਾਂ ਹੀ ਹੁਣ ਜਿਹੜਾ ਸਾਡਾ ਅਗਲਾ ਪੜਾਅ ਹੈਗਾ ਇਸ ਦਾ, ਕਿਉਂਕਿ ਨੈਸ਼ਨਲ ਲੈਵਲ 'ਤੇ ਸਾਡੀ ਪੂਰੀ ਪ੍ਰੈਜ਼ੈਂਸ ਹੈ ਇੰਡੀਆ ਦੇ ਵਿੱਚ, 22 ਸਟੇਟਾਂ ਦਾ ਕਾਇਮ ਹੋ ਜਾਣਾ ਛੋਟੀ ਗੱਲ ਨਹੀਂ। ਹੁਣ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ, ਮੈਂ ਹੁਣ ਵੀ UK, ਕੈਨੇਡਾ ਐਂਡ USA ਜਾ ਰਹੇ ਹਾਂ ਨੈਕਸਟ ਮੰਥ, ਜੂਨ, ਜੁਲਾਈ, ਅਗਸਤ, ਇਹ 3 ਮਹੀਨੇ ਸਾਡੇ ਉਹਨੇ। ਇਹਦੇ ਦੌਰਾਨ ਅਸੀਂ ਇੱਕ ਤਾਂ ਏਸ਼ੀਆ ਗੱਤਕਾ ਚੈਂਪੀਅਨਸ਼ਿਪ ਉਹ ਪਲਾਨ ਕਰ ਰਹੇ ਹਾਂ, ਇੱਕ ਸਾਡੀ ਵਰਲਡ ਗੱਤਕਾ ਜਿਹੜਾ ਕੱਪ ਹੈਗਾ ਇੱਕ ਉਹ ਪਲਾਨ ਕਰ ਰਹੇ ਹਾਂ। ਉਹ ਅਸੀਂ ਜਿਹੜਾ ਪਲਾਨ ਕਰ ਰਹੇ ਹਾਂ ਉਹ USA 'ਚ ਪਲਾਨ ਕਰਾਂਗੇ।
ਤੇ ਉਸੇ ਲਈ ਸਾਰੀਆਂ ਇਹ ਤਿਆਰੀਆਂ ਨੇ। ਉਹ ਅਸੀਂ ਉਹਦੇ ਲਈ ਮਤਲਬ ਚਾਹੁੰਦੇ ਹਾਂ ਕਿ ਸਾਡਾ ਗੱਤਕੇ ਦੇ ਵੀ ਜਿਵੇਂ ਮਤਲਬ ਹੋਰ ਖੇਡਾਂ ਦੇ ਵਰਲਡ ਕੱਪ ਹੁੰਦੇ ਆ, ਅੱਛਾ ਉਸ ਤਰ੍ਹਾਂ ਵਰਲਡ ਉਸੇ ਤਰ੍ਹਾਂ ਹੀ ਸਾਡਾ ਗੱਤਕੇ ਦਾ ਪਰ ਵੀ ਇੱਕ ਵਰਲਡ ਕੱਪ ਮੈਨੂੰ ਹੋਊਗਾ। ਥੋੜੀ ਜਾਣਕਾਰੀ ਦਿਓ, ਜਿਹੜਾ ਗੱਤਕਾ ਹੈ, ਜੀ। ਗੱਤਕਾ ਜਿਹੜਾ ਮਾਰਸ਼ਲ ਗੇਮ ਹੈ ਜਿਹੜੀ ਜੀ ਇਹ ਪੰਜਾਬ ਤੋਂ ਇਲਾਵਾ, ਕਿਉਂਕਿ ਅਸੀਂ ਇਹਨੂੰ ਵਿਰਾਸਤੀ ਗੇਮ ਕਹਿੰਦੇ ਆ ਪੰਜਾਬ ਦੀ, ਜੀ ਲੇਕਿਨ ਇਸ ਤੋਂ ਇਲਾਵਾ ਸਾਊਥ ਦੇ ਵਿੱਚ ਕਾਫੀ ਪ੍ਰਚਲਿਤ ਹੈ, ਜੀ ਬੇਸ਼ੱਕ ਉਹਦਾ ਨਾਂ ਕੁਝ ਹੋਰ ਹੋਵੇਗਾ। ਜੀ ਤੋ ਉਹਦੇ ਨਾਲ ਇਹਦਾ ਇੱਕ ਤਾਂ ਕੋਈ ਸੰਬੰਧ ਹੈ ਆਪਸ ਵਿੱਚ? ਜੀ ਇਹ ਥੋੜੀ ਜਾਣਕਾਰੀ ਦਿਓ। ਹਾਂਜੀ, ਇਹ ਅਸਲ ਮੈਂ ਸਾਂਝਾ ਟੀਵੀ ਰਾਹੀਂ ਇੱਕ ਦਰਸ਼ਕਾਂ ਨੂੰ ਥੋੜੀ ਜੀ ਸਾਰਾ ਐਕਸਪਲੇਨ ਕਰਨਾ ਚਾਹੁੰਦਾ। ਇਸ ਤੇ ਮਾਫ ਕਰਨਾ, ਮੈਂ 2 ਮਿੰਟ ਇਸ ਤੇ ਲਵਾਂਗਾ। ਜ਼ਰੂਰ ਜ਼ਰੂਰ ਜ਼ਰੂਰ। ਕਿ ਗੱਤਕਾ ਮੀਨਸ ਸੋਟੀ। ਬਿਲਕੁਲ। ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹੈ, ਅਨਚੈਲੰਜਡ, ਇੱਕ ਸਾਡੀ ਇਤਿਹਾਸ ਦੀ ਬੁੱਕ ਹੈਗੀ ਆ, ਤੇ ਉਸ ਦੇ ਵਿੱਚ ਉਸ ਖੋਜ ਹਵਾਲੇ ਦੇ ਵਿੱਚ ਅਗਰ ਤੁਸੀਂ ਗੱਤਕੇ ਦਾ ਲਫ਼ਜ਼ ਪੜ੍ਹੋ ਤਾਂ ਉਹਨਾਂ ਨੇ ਬਹੁਤ ਵਧੀਆ ਉਹਦਾ ਵਿਖਿਆਨ ਕੀਤਾ ਹੋਇਆ ਹੈਗਾ। ਗੱਤਕਾ ਦਾ ਮਤਲਬ 3 ਹੱਥ ਦੀ ਇੱਕ ਸੋਟੀ ਹੈ ਲੱਕੜ ਦੀ, ਜਿਹੜੀ ਕਿ ਜਿਸ ਨੂੰ ਅਸੀਂ ਭੁਲੱਥਾ ਵੀ ਕਹਿ ਦਿੰਦੇ ਹਾਂ, ਖੁਤਕਾ ਵੀ ਕਹਿ ਦਿੰਦੇ ਹਾਂ ਜਾਂ ਇੱਦਾਂ, ਤੇ ਉਹ ਜਿਹੜੀ ਹੈਗੀ ਆ ਉਹ ਸਵੈ ਰੱਖਿਆ ਲਈ ਇੱਕ ਡੰਡਾ ਹੈਗਾ। ਮੇਰਾ ਮਾਲਵਾ ਜ਼ਿਲ੍ਹਾ ਹੈਗਾ, ਅੱਜ ਮਾਲਵੇ 'ਚ ਅੱਜ ਵੀ ਸੋਟੀ ਨੂੰ ਕੁਤਕਾ ਕਹਿ ਦਿੰਦੇ ਆ, ਛੋਟੇ ਸੋਟੀ ਨੂੰ। ਇਹ ਸਾਡੀ 3 ਹੱਥ ਦੀ ਸੋਟੀ ਹੁੰਦੀ ਆ ਗੱਤਕੇ ਦੀ। ਇਹ ਕੁਤਕਾ ਖੁਤਕਾ ਤੋਂ ਲਫ਼ਜ਼ ਸੁਧਰ ਕੇ ਗੁਰੂ ਸਾਹਿਬ ਨੇ ਇਹਨੂੰ ਗੱਤਕਾ ਸੋਟੀ ਰੱਖਿਆ ਹੋਇਆ। ਲੇਕਿਨ ਜਿਹੜਾ ਤੁਸੀਂ ਗੱਤਕੇ ਦੀ ਗੱਲ ਕਰਦੇ ਹੋ ਜਾਂ ਸੋਚਦੇ ਹੋ ਤੁਹਾਡੇ ਦਿਮਾਗ 'ਚ ਹੈਗਾ, ਉਹ ਸਾਡੀ ਸਿੱਖ ਸ਼ਸਤਰ ਵਿਦਿਆ ਪੂਰੀ। ਉਹ ਸਿੱਖ ਸ਼ਸਤਰ ਕਲਾ ਦੇ ਵਿੱਚ, ਵਿਦਿਆ ਦੇ ਵਿੱਚ ਸਾਡੇ ਲਗਭਗ 18 ਸ਼ਸਤਰ ਨੇ, ਜਿਹਦੇ 'ਚ ਸੋਟੀ, ਲਾਠੀ, ਮਰਹੱਟੀ, ਤਲਵਾਰ, ਕਿਰਪਾਨ, ਢਾਲ, ਆਪਣਾ ਚੱਕਰ, ਖੰਡਾ, ਸਾਰੇ ਆ ਗਏ ਉਹ। ਅਸੀਂ ਉਸ ਪੂਰੇ ਜਿਹੜਾ ਸਾਡਾ ਸ਼ਸਤਰ ਭੰਡਾਰ ਹੈ, ਉਸ ਦੇ ਵਿੱਚੋਂ ਇੱਕ ਕੱਲੀ ਸੋਟੀ ਹੈ ਜਿਹੜੀ, ਉਹਨੂੰ ਲੈ ਕੇ ਚੱਲੇ ਆ। ਉਸ ਸੋਟੀ ਨੂੰ ਹੀ ਅਸੀਂ ਓਲੰਪਿਕ ਤੱਕ ਲੈ ਕੇ ਜਾਣਾ। ਇਹ ਜਿਹੜੀ ਸੋਟੀ ਦੀ ਕਲਾ ਹੈਗੀ ਆ, ਇਹ ਇਸ ਵੇਲੇ ਘੱਟੋ ਘੱਟ 43 ਮੁਲਕਾਂ ਦੀ ਖੇਡ ਆ। ਅਸਲ ਕੀ ਹੈ, ਜਦੋਂ ਮਨੁੱਖ ਪੈਦਾ ਹੋਇਆ ਸੋਟੀ ਉਹਦੇ ਨਾਲ ਚੱਲੀ ਆ, ਕਿਉਂਕਿ ਉਹ ਪਹਿਲਾਂ ਉਹਨੇ ਆਪਣੇ ਜੰਗਲਾਂ 'ਚ ਰਹਿੰਦਿਆਂ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਸੋਟੀ ਰੱਖੀ। ਫਿਰ ਉਹਨੇ ਉਸੇ ਸੋਟੀ ਨਾਲ ਜਦੋਂ ਆਪਣੇ ਕਬੀਲਿਆਂ ਨਾਲ ਲੜਾਈ ਕੀਤੀ ਕਿ ਇੰਨਾ ਜੰਗਲ ਮੇਰਾ, ਤੇਰਾ ਪਰਲਾ ਜੰਗਲ ਹੈ, ਉਹਦਾ ਇਹਦਾ ਜੰਗਲ ਹੈ, ਫਿਰ ਉਹ ਜੰਗਲਾਂ ਦੀ ਲੜਾਈ ਤੇ ਕਬਜ਼ੇ ਲਈ ਤਾਂ ਵੀ ਉਹਨੇ ਸੋਟੀ ਵਰਤੀ। ਜਦੋਂ ਉਹਨੂੰ ਸੋਟੀ ਤੋਂ ਥੋੜ੍ਹਾ ਜਿਹਾ ਲੋਹਾ ਮਿਲਿਆ ਤਾਂ ਉਹਨੇ ਸੋਟੀ ਦੇ ਮੂਹਰੇ ਲੋਹਾ ਲਾ ਲਿਆ ਤੇ ਉਸ ਨੂੰ ਉਹਨੇ ਨੇਜਾ ਬਣਾ ਲਿਆ। ਉਹ ਸੋਟੀ ਦਾ ਰੂਪ ਬਦਲ ਕੇ ਹੌਲੀ ਹੌਲੀ, ਲੇਕਿਨ ਬੇਸਿਕ ਜਿਹੜੀ ਅਸੀਂ ਤਲਵਾਰ ਚਲਾਉਣੀ ਆ ਤਾਂ ਸਾਨੂੰ ਸੋਟੀ ਦੇ ਜਿਹੜੇ ਵਾਰ ਨੇ ਉਹ ਆਉਣੇ ਚਾਹੀਦੇ ਆ। ਜੇ ਤੁਸੀਂ ਮੋਟਰਸਾਈਕਲ ਚਲਾਉਣਾ ਜਾਂ ਉੱਦਾਂ ਉਹਦਾ ਪਹਿਲਾਂ ਸਾਈਕਲ ਬੰਦੇ ਨੂੰ ਸਿੱਖਣਾ ਪੈਂਦਾ ਹੈ ਨਾ, ਉਸ ਚੀਜ਼ ਦਾ ਹੈਗਾ। ਤੇ ਉਹ ਜਿਹੜੀ ਸੋਟੀ ਦੀ ਕਲਾ ਹੈ, ਉਹ ਸੋਟੀ ਦੀ ਕਲਾ ਜਿਵੇਂ ਮੈਂ ਦੱਸਿਆ ਵੀ 43 ਮੁਲਕਾਂ ਦੀ ਖੇਡ ਹੈ। ਇਹ ਖੇਡ ਕੀ ਮਤਲਬ ਕਲਾ ਹੈ, ਮਾਰਸ਼ਲ ਕਲਾ ਹੈ ਉਹ। ਲੇਕਿਨ ਉਹ ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਬੁਨਿਆਦੀ ਇਹ ਮਾਰਸ਼ਲ ਆਰਟ ਹੈ, ਉਹਦਾ ਸਾਈਜ਼ ਦਾ ਫਰਕ ਹੈ। ਕਿਸੇ ਦਾ ਸਾਈਜ਼ 2 ਫੁੱਟ ਦਾ ਹੈ, ਕਿਸੇ ਦਾ ਸਾਈਜ਼ 3 ਫੁੱਟ ਦਾ ਹੈ, ਕਿਸੇ ਦਾ ਸਾਈਜ਼ ਇੱਥੇ ਕੰਨ ਤੱਕ ਹੈ, ਮਤਲਬ ਪੈਰਾਂ ਤੋਂ ਲੈ ਕੇ ਕੰਨ ਤੱਕ ਸੋਟੀ ਆ ਜਾਂਦੀ ਆ। ਕਿਸੇ ਦਾ ਥੋੜ੍ਹਾ ਜਿਹਾ ਡੰਡਾ ਟੇਢਾ ਜਿਹਾ ਹੈ, ਕਿ ਸਾਡਾ ਜਿਵੇਂ ਸਿੱਧਾ ਹੈਗਾ। ਕਿਸੇ ਨੇ ਕੁਛ ਕੀਤਾ, ਅਸੀਂ ਡੰਡੇ ਦੇ ਪਿੱਛੇ ਇੱਕ ਉਹ ਲਾਇਆ ਹੁੰਦਾ ਕਿ ਸੱਟ ਨਾ ਵੱਜੇ, ਹੈ ਨਾ। ਕਿਸੇ ਨੇ ਉਹ ਵੀ ਨਹੀਂ ਲਾਇਆ, ਕਿਸੇ ਨੇ ਸਿੱਧਾ ਹੀ ਡੰਡਾ ਰੱਖਿਆ ਹੋਇਆ। ਮਤਲਬ ਇਹ ਤੁਸੀਂ ਅਗਰ ਦੇਖੋ, ਇਹ ਜੀ ਕਲਾ ਰਸ਼ੀਆ ਦਾ ਮਾਰਸ਼ਲ ਆਰਟ ਹੈ ਤੇ ਸਾਡਾ ਗੱਤਕਾ ਜੇ ਖੇਡਦੇ ਹੋਣ ਤਾਂ ਤੁਸੀਂ ਪਛਾਣ ਨਹੀਂ ਕਰ ਸਕੋਗੇ। ਅੱਛਾ, ਇਸੇ ਤਰ੍ਹਾਂ ਹੀ ਸਾਡੇ ਇੰਡੀਆ ਦੇ ਉੱਥੇ ਕਰਨਾਟਕ ਦੀ ਕਲਰੀ ਪਾਈਤੂ ਵਾਲੇ ਵੀ ਮਤਲਬ ਡੰਡਾ ਨਾਲ ਖੇਡਦੇ ਆ ਇਸ ਨਾਲ, ਹੈ ਨਾ। ਉਹਦਾ ਕਲਰੀ ਪਾਈਤੂ ਹੈ। ਥਾਂਗਟਾ ਹੈਗਾ, ਥਾਂਗਟਾ ਵਾਲਾ ਵੀ ਇਹੀ ਸੋਟੀ ਵੇਚਦੀ ਆ। ਲੇਕਿਨ ਉਹਨਾਂ ਨੇ ਵਿੱਚ ਥੋੜ੍ਹੇ ਬਹੁਤੇ ਕੁਝ ਹੋਰ ਨਵੀਆਂ ਚੀਜ਼ਾਂ ਇੰਟਰੋਡਿਊਸ ਕਰ ਦਿੱਤੀਆਂ ਹੋਈਆਂ। ਸਾਡੀ ਜਿਹੜੀ ਗੱਤਕਾ ਸੋਟੀ ਹੈਗੀ ਆ, ਇਹ ਸੋਟੀ ਬਹੁਤ ਪੁਰਾਤਨ ਹੈ। ਔਰ ਇੱਕ ਹੋਰ ਤੁਹਾਡੇ ਚੈਨਲ ਰਾਹੀਂ ਮੈਂ ਇੱਕ ਨਵੀਂ ਦੱਸ ਦਿਆਂ ਕਿ ਜਦੋਂ ਜਿਹੜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਹੈ, ਇਹ ਬਿਫੋਰ ਪਾਰਟੀਸ਼ਨ ਇਹ ਲਾਹੌਰ ਹੁੰਦੀ ਸੀ। ਯੂਨੀਵਰਸਿਟੀ ਆਫ ਪੰਜਾਬ ਐਟ ਲਾਹੌਰ, ਇਹ ਮਤਲਬ ਉੱਥੇ ਹੈ। ਪਾਰਟੀਸ਼ਨ ਤੋਂ ਬਾਅਦ ਇਹ ਸ਼ਿਮਲੇ ਆਈ, ਫਿਰ ਅੰਬਾਲੇ ਆਈ, ਫਿਰ ਆ ਕੇ ਸਥਾਪਿਤ ਹੋਈ। ਜਦੋਂ ਸਾਡਾ ਸੈਟਲਮੈਂਟ ਹੋ ਗਈ ਸਾਰੀ, ਤਾਂ ਇਹ ਚੰਡੀਗੜ੍ਹ ਆਈ। ਇਹ ਯੂਨੀਵਰਸਿਟੀ ਗੱਤਕੇ ਨੂੰ ਪ੍ਰਮੋਟ ਕਰਨ ਵਾਲੀ ਪਾਇਨੀਅਰ ਯੂਨੀਵਰਸਿਟੀ ਹੈ। 1936 ਦੇ ਵਿੱਚ
ਮੈਂ ਬੁੱਕ ਨਹੀਂ ਅੱਜ ਲੈ ਕੇ ਆਇਆ। ਮੇਜਰ ਕਰਤਾਰ ਸਿੰਘ ਅਕਾਲੀ RSD ਕਾਲਜ ਫਿਰੋਜ਼ਪੁਰ ਦੇ ਫਿਜ਼ੀਕਲ ਡਾਇਰੈਕਟਰ ਸੀ। ਤਾਂ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਉਹਨਾਂ ਤੋਂ ਬੁੱਕ ਲਿਖਾਈ ਗੱਤਕੇ ਦੀ, ਹਾਊ ਮਤਲਬ ਗੱਤਕਾ ਕਿਵੇਂ ਖੇਡੀਏ, ਆਰਟ ਆਫ ਗੱਤਕਾ ਫਾਈਟਿੰਗ ਉਸ ਬੁੱਕ ਦਾ ਨਾਂ ਹੈਗਾ। 1936 ਦੇ ਵਿੱਚ ਸਾਡੀ ਗੱਤਕੇ ਦੇ ਰੂਲ ਬਣੇ ਹੋਏ ਸੀ ਤੇ 1936 ਚ ਜਿਹੜੀਆਂ ਖੇਡਾਂ ਓਲੰਪਿਕ ਚ ਸੀਗੀਆਂ ਉਹਨਾਂ ਦੇ ਸ਼ਾਇਦ ਰੂਲ ਨਾ ਹੋਣ, ਜਾਂ ਕਈਆਂ ਇਹੋ ਜਿਹੀਆਂ ਸੀਗੀਆਂ ਉਹ ਕਾਗਜ਼ ਤੇ ਸੀਗੇ ਰੂਲ, ਬਸ ਸਿਰਫ ਕਾਗਜ਼ਾਂ ਤੇ। ਸਾਡੀ ਬੁੱਕ ਸੀ ਬਣੀ 1936 ਦੀ, ਮਤਲਬ ਇਹ ਦੇਖ ਲਓ ਮੇਰੇ ਕੋਲੇ 1985 ਤੱਕ ਦਾ ਰਿਕਾਰਡ ਹੈ, ਫੋਟੋਆਂ ਨੇ ਸਾਰੀਆਂ, ਜਦੋਂ ਸਕੂਲਾਂ ਕਾਲਜਾਂ ਦੀ ਤੇ ਯੂਨੀਵਰਸਿਟੀਆਂ ਦੀ ਖੇਡ ਸੀ। ਲੇਕਿਨ ਜਿਉਂ-ਜਿਉਂ ਫਿਰ ਪੰਜਾਬ 'ਚ ਤੱਤੀਆਂ ਹਵਾਵਾਂ ਵਗੀਆਂ ਜਾਂ ਹੋਰ ਹੋਇਆ, ਇੱਕ ਸਾਡੀ ਗੱਤਕੇ ਦੀ ਕੋਈ ਐਸੋਸੀਏਸ਼ਨ ਨਹੀਂ ਸੀ, ਕੋਈ ਮਾਈ ਬਾਪ ਨਹੀਂ ਸੀ ਕੰਟਰੋਲ ਕਰਨ ਵਾਲਾ। ਫਿਰ ਇਹ ਖੇਡ ਵਿਸਰਦੀ ਗਈ ਤੇ ਵਿਸਰ ਕੇ ਕੀ ਜੀ ਇੱਥੇ ਤੱਕ ਹੋ ਗਈ ਕਿ ਸਾਰਕ ਜਥੇਬੰਦੀ ਹੈ ਜਿਹੜੀ ਸਾਡੀ ਇੰਡੀਆ ਦੀ ਪੂਰੀ ਇੱਕ ਬਣੀ ਹੈ, ਗੁਆਂਢੀ ਮੁਲਕਾਂ ਦੀ ਇੱਕ 7 ਮੁਲਕਾਂ ਦੀ ਜਥੇਬੰਦੀ ਹੈ, ਇਸੇ ਤਰ੍ਹਾਂ ਯੂਨੈਸਕੋ ਇਸ ਨੂੰ ਲੁਪਤ ਹੋਣ ਵਾਲੀ ਖੇਡ ਡਿਮਿਨਿਸ਼ਿੰਗ ਆਰਟ ਦੇ ਵਿੱਚ ਸ਼ਾਮਲ ਕਰ ਲਿਆ ਸੀ। ਅੱਛਾ। ਪਰ ਗੁਰੂ ਮਹਾਰਾਜ ਦੀ ਰਹਿਮਤ ਨਾਲ ਤੇ ਇਹ ਚੱਲੀ, ਕਿਉਂਕਿ ਮੇਰੇ ਕੋਲ 2011 ਚ ਇੱਕ ਪੂਨੇ ਤੋਂ ਬੀਬੀ ਜੀ ਆਏ, ਉਹਨਾਂ ਨੇ ਮੇਰੇ ਨਾਲ ਉਹ ਕੀਤੀ, ਮੈਡਮ ਮੀਨਾਕਸ਼ੀ ਜੀ ਸੀਗੇ, ਮੈਨੂੰ ਕਹਿੰਦੇ ਕਿ ਮੈਨੂੰ ਇਹ ਸ਼੍ਰੀਲੰਕਾ ਆਪਣਾ ਹੈੱਡਕੁਆਟਰ ਹੈ ਸਾਰਕ ਜਥੇਬੰਦੀ ਦਾ, ਕਿ ਮੈਨੂੰ ਇੱਕ ਉੱਥੋਂ ਪ੍ਰੋਜੈਕਟ ਮਿਲਿਆ ਡਿਮਿਨਿਸ਼ਿੰਗ ਆਰਟ ਗੱਤਕਾ, ਇਸ ਨੂੰ ਡਿਜੀਟਲਾਈਜ਼ ਕਰਨਾ, ਇਹਦਾ ਰਿਕਾਰਡ ਇਕੱਠਾ ਕਰਨਾ ਸੋ ਦੈਟ ਆਉਣ ਵਾਲੀਆਂ ਨਸਲਾਂ ਇਹਨੂੰ ਪੜ੍ਹਨ ਸੁਣਨ ਦੇਖਣ। ਤੇ ਮੈਂ ਕਿਹਾ ਬੀਬੀ ਜੀ ਵੀ ਹੁਣ ਅਸੀਂ ਕੁਛ ਸਾਲ ਹੋਇਆ ਇਹ ਪੰਜਾਬ ਗਵਰਨਮੈਂਟ ਦੀ ਇਨੀਸ਼ੀਏਟਿਵ ਸਦਕਾ ਇਹ ਹੁਣ ਕਿਤਾਬਾਂ ਦਾ ਵਿਸ਼ਾ ਬਣ ਗਈ, ਹੁਣ ਇਹ ਖੇਡ ਬਣ ਗਈ ਤੇ ਹੁਣ ਤੁਸੀਂ ਇਹਦਾ ਟੌਪਿਕ ਬਦਲੋ। ਫਿਰ ਇੱਥੇ ਆਏ, ਮੇਰੇ ਕੋਲ ਉਹਨਾਂ ਨੂੰ ਸਾਰਾ ਸਮਝਾਇਆ ਦਿੱਤਾ ਲਿਟਰੇਚਰ, ਫਿਰ ਉਹਨਾਂ ਨੂੰ ਮੈਂ ਜਿਹੜਾ ਹੈਡਿੰਗ ਦਿੱਤਾ ਤੇ ਉਹਨਾਂ ਨੇ ਉਸ ਹੈਡਿੰਗ ਦੇ ਥੱਲੇ ਆਪਣੀ ਰਿਸਰਚ ਪੂਰੀ ਕੀਤੀ, ਫਰੋਮ ਡਿਮਿਨਿਸ਼ਿੰਗ ਟੂ ਪ੍ਰੋਮਿਸਿੰਗ ਆਰਟ। ਤੇ ਉਹ ਹੁਣ ਗੱਤਕਾ ਅੱਜ ਉੱਥੇ ਪਹੁੰਚ ਗਿਆ ਕਿ ਅੱਜ ਇਹ ਓਲੰਪਿਕ ਲਈ ਮਤਲਬ ਇੱਕ ਆਪਦਾ ਸਫ਼ਰ ਤੈਅ ਕਰਦਾ ਜਾ ਰਿਹਾ। ਇੱਕ ਇਹ ਦੱਸੋ ਕਿ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਸੀ ਕਿ ਸਕੂਲਾਂ ਦੇ ਵਿੱਚ ਤੁਸੀਂ ਇਹਨੂੰ ਬਕਾਇਦਾ ਤੌਰ ਤੇ ਸਕੂਲਾਂ ਦੇ ਸਿਲੇਬਸ 'ਚ ਸ਼ਾਮਲ ਕਰਵਾਇਆ ਜੀ, ਤਾਂ ਜੇ ਇਸ ਖੇਡ ਨੂੰ ਜਿਉਂਦਾ ਰੱਖਣਾ ਆ ਜੀ, ਜਿਉਂਦਾ ਤਾਂ ਤੁਸੀਂ ਕਰ ਲਿਆ ਆ, ਕਿਉਂਕਿ 21 ਜਿਹੜੀਆਂ ਸਟੇਟਾਂ ਆ ਉਹਦੇ ਵਿੱਚ ਇਸ ਵੇਲੇ ਤੁਹਾਡੀਆਂ ਐਸੋਸੀਏਸ਼ਨਸ ਨੇ, ਲੇਕਿਨ ਸਕੂਲ ਦੇ ਵਿੱਚ ਜੇ ਤੁਸੀਂ ਇਹਨੂੰ ਇੱਕ ਬੱਚਿਆਂ ਦੇ ਦਿਮਾਗ ਦੇ ਵਿੱਚ ਇਸ ਖੇਡ ਨੂੰ ਪਾਉਣਾ ਹੈ, ਉਹਨਾਂ ਦੇ ਸਰੀਰ ਨਾਲ ਵਾਬਸਤਾ ਕਰਾਉਣਾ ਹੈ ਜੇ ਤੁਸੀਂ ਇਸ ਖੇਡ ਨੂੰ, ਤਾਂ ਜ਼ਰੂਰੀ ਹੈ ਕਿ ਇਹਦੇ ਲਈ ਟ੍ਰੇਨਿੰਗ ਸਕੂਲਾਂ ਦੇ ਵਿੱਚ ਸ਼ੁਰੂ ਕੀਤੀ ਜਾਏ, ਸਿਲੇਬਸ ਨੂੰ ਟ੍ਰੇਨਿੰਗ ਵਿੱਚ ਬਦਲਿਆ ਜਾਏ। ਉਹਦੇ ਲਈ ਤੁਸੀਂ ਫਿਰ ਕੀ ਉਪਰਾਲਾ ਕਰ ਰਹੇ ਹੋ? ਯੈਸ, ਅਸੀਂ ਜਿਹੜਾ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਾਡੀ ਗੱਤਕਾ ਖੇਡ ਇਹੋ ਜਿਹੀ ਹੈ ਜਿਹਦੇ 'ਚ ਅਸੀਂ ਫ੍ਰੀ ਟ੍ਰੇਨਿੰਗ ਦਿੰਦੇ ਹਾਂ। ਕੋਈ ਵੀ ਕਿਤੇ ਵੀ ਜਿੱਥੇ 10 ਬੱਚੇ ਕਿਤੇ ਸਿੱਖਣ ਵਾਲੇ ਨੇ, ਅਸੀਂ ਆਪਣਾ ਕੋਚ ਭੇਜਦੇ ਹਾਂ ਤੇ ਉਹ ਕੋਚ ਉਹਨਾਂ ਨੂੰ ਸਿਖਾਉਂਦਾ ਹੈ। ਸਾਡੇ ਗੱਤਕਾ ਟ੍ਰੇਨਿੰਗ ਸੈਂਟਰ ਨੇ ਜਿਹੜੇ, ਜਾਂ ਅਖਾੜੇ ਹੈਗੇ ਜਿਹਨੂੰ ਕਹਿ ਦਿੰਦੇ ਆ ਦੂਜੇ ਦੇਸੀ ਭਾਸ਼ਾ 'ਚ, ਉਹ ਲਗਾਤਾਰ ਕੰਟੀਨਿਊਟੀ ਵਰਕ ਕਰਦੇ ਰਹਿੰਦੇ ਆ। ਈਵਨ ਕਿ ਇਕੱਲਾ ਪੰਜਾਬ ਹੀ ਨਹੀਂ ਜੀ, ਹਰਿਆਣਾ, ਹਿਮਾਚਲ, ਮਹਾਰਾਸ਼ਟਰ, ਛੱਤੀਸਗੜ੍ਹ, ਝਾਰਖੰਡ ਸਾਡੇ ਡੇਲੀ ਟ੍ਰੇਨਿੰਗ ਸਕੂਲਾਂ 'ਚ ਤੇ ਉਹ ਹੁੰਦੀ ਹੈ। ਉਸ ਤੋਂ ਬਿਨਾਂ ਸਾਡੀ ਰੂਲ ਬੁੱਕ ਹੈ ਜਿਹੜੀ ਉੱਥੇ ਤੱਕ ਪਹੁੰਚਦੀ ਹੈ। ਜਿੱਥੇ ਕੋਈ ਕਿਸੇ ਸਟੇਟ ਵਾਲਿਆਂ ਨੇ ਕੋਈ ਵੀ ਰੈਫਰੀ ਕੈਂਪ ਲਵਾਉਣਾ ਹੈ ਜਾਂ ਕੋਚਿੰਗ ਕੈਂਪ ਲਵਾਉਣਾ ਹੈ, ਅਸੀਂ ਉੱਥੇ ਆਪਣਾ ਬੰਦਾ ਸਪੈਸ਼ਲ ਭੇਜਦੇ ਹਾਂ, ਉਹਨਾਂ ਦੇ ਰਿਸੋਰਸ ਪਰਸਨ ਤਿਆਰ ਕਰਦੇ ਹਾਂ। ਟ੍ਰੇਨਿੰਗ ਦਾ ਤਾਂ ਇੰਨਾ ਵਾਸਟ ਹੈਗਾ, ਮਤਲਬ ਉਹ ਅਸੀਂ ਕੀਤਾ ਹੋਇਆ। ਹੁਣ ਅਸੀਂ ਇੱਕ ਹੋਰ ਥੋੜ੍ਹੀ ਜਿਹੀ ਇੱਕ ਅਵੇਅਰਨੈਸ ਕ੍ਰੀਏਟ ਕਰਨ ਵਾਲੇ ਪਾਸੇ ਚੱਲੇ ਹਾਂ ਕਿ ਗੱਤਕਾ ਮਤਲਬ ਤੁਸੀਂ ਦੇਖੋ, ਸ਼ਾਇਦ ਦਰਸ਼ਕਾਂ ਨੂੰ ਬਹੁਤਿਆਂ ਨੂੰ ਨਹੀਂ ਪਤਾ ਹੋਊਗਾ, ਮੈਂ ਸਾਂਝੇ TV ਰਾਹੀਂ ਸ਼ੇਅਰ ਕਰ ਰਿਹਾ ਕਿ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ 'ਚ 2015 ਤੋਂ ਸ਼ਾਮਲ ਹੈ। ਅੱਛਾ। ਅੱਜ 23 ਹੋ ਗਏ, 8 ਸਾਲ ਹੋ ਗਏ ਸ਼ਾਮਲ ਹੋਏ ਨੂੰ। ਇਹ ਤਾਂ ਮੀਨ ਦੇ ਨੈਸ਼ਨਲ ਖੇਡਾਂ 'ਚ ਸ਼ਾਮਲ ਹੈ। ਨੈਸ਼ਨਲ ਸਕੂਲ ਖੇਡਾਂ 2 ਵਾਰੀ ਹੋ ਚੁੱਕੀਆਂ, ਗੱਤਕਾ ਉਹਦੇ ਨੈਸ਼ਨਲ ਸਕੂਲ ਖੇਡਾਂ ਉਹਨਾਂ 'ਚ ਗੱਤਕਾ ਸ਼ਾਮਲ ਸੀ। ਅੱਛਾ, ਖੇਲੋ ਇੰਡੀਆ 2 ਸਾਲ ਹੋ ਗਏ ਹੁੰਦੀ ਨੂੰ, 15 ਸਟੇਟਾਂ ਦੇ ਵਿੱਚ ਹੋਇਆ। ਲੇਕਿਨ ਫਿਰ ਵੀ ਇਹ ਮੰਨਦੇ ਹਾਂ ਅਸੀਂ ਕਿ ਜਿਹੜਾ ਗੱਤਕੇ ਦੀ ਅਵੇਅਰਨੈਸ ਹੈ ਗ੍ਰਾਸ ਰੂਟ ਲੈਵਲ ਤੇ ਘੱਟ ਆ ਕਰਨ ਵਾਲੀ। ਅਸੀਂ ਪੰਜਾਬ 'ਚ ਹੈਗੇ ਹਾਂ, ਲੇਕਿਨ ਪੰਜਾਬ ਤੋਂ ਬਾਹਰ ਜਿਹੜੇ ਸਾਡੇ ਬੰਦੇ ਨੇ ਉਹਨਾਂ ਦੇ ਹੈਗਾ, ਤੇ ਸਾਡੀ ਥੋੜ੍ਹੀ ਜਿਹੀ ਜਿਹੜੀ ਹੈਗੀ ਆ ਉਹ ਲੋੜ ਹੈ। ਹੁਣ ਅਸੀਂ ਉਹਦੇ ਲਈ ਪੈਨ ਇੰਡੀਆ ਅਸੀਂ ਇੱਕ ਅਵੇਅਰਨੈਸ ਕ੍ਰੀਏਟ ਕਰਨ ਲਈ ਇੱਕ ਪਲਾਨ ਬਣਾਈ ਆ। ਉਹ ਪਲਾਨ ਤੇ ਘੱਟੋ ਘੱਟ ਸਾਡਾ 20 ਲੱਖ ਰੁਪਇਆ ਖਰਚ ਆਉਣਾ। ਅਸੀਂ ਉਹ ਇੱਕ ਚੱਕ ਆਊਟ ਕਰ ਲਿਆ ਹੋਇਆ ਪ੍ਰੋਗਰਾਮ, ਤੇ ਇਸੇ ਤਰ੍ਹਾਂ ਪੂਰੇ ਇੰਡੀਆ ਦੇ ਵਿੱਚ ਉਸ ਨੂੰ ਮਤਲਬ ਅਵੇਅਰਨੈਸ ਕ੍ਰੀਏਟ ਕਰਨ ਦਾ ਹੈਗਾ ਰੱਖਿਆ ਹੋਇਆ।
ਉਸ ਤੋਂ ਬਾਅਦ ਫਿਰ ਸਾਡੀ ਵਰਲਡ ਲੈਵਲ ਦੀ ਆ। ਅਸੀਂ 3 ਫੇਜ਼ ਵਿੱਚ ਕਰ ਰਹੇ ਹਾਂ, ਫੇਜ਼ 1, ਫੇਜ਼ 2, ਫੇਜ਼ 3। ਜਿਹੜਾ ਸਾਡਾ ਵਿਜ਼ਨ ਡਾਕੂਮੈਂਟ ਆ ਉਸੇ ਦੇ ਵਿੱਚ ਹੀ ਇਹ ਹੈਗਾ। ਜਿਹੜਾ ਫੇਜ਼ 3 ਹੈਗਾ ਉਹ 2025 ਦੇ ਵਿੱਚ ਸਾਡਾ ਲਾਗੂ ਹੋਣਾ, ਤੇ ਫਿਰ ਅਸੀਂ ਵਰਲਡ ਲੈਵਲ ਤੇ ਇਸ ਦੀ ਅਵੇਅਰਨੈਸ ਕੰਪੇਨ ਚਲਾਉਣ ਦਾ ਇੱਕ ਪੂਰਾ ਖਾਕਾ ਤਿਆਰ ਕੀਤਾ ਹੋਇਆ। ਉਹ ਘੱਟੋ ਘੱਟ 40-45 ਮੁਲਕਾਂ ਦੇ ਵਿੱਚ ਮਤਲਬ ਕੰਪੇਨ ਚੱਲੇਗੀ ਤੇ ਉਸ ਲਈ ਅਸੀਂ ਵਰਕ ਕਰ ਰਹੇ ਹਾਂ। ਉਹ ਕੰਪੇਨ ਦਾ ਹੀ ਪਾਰਟ ਮੇਰਾ ਜਿਹੜਾ ਟੂਰ ਹੈ ਹੁਣ 3 ਮਹੀਨਿਆਂ ਦਾ ਮੇਰਾ ਸਾਰੇ ਯੂਰਪ ਤੇ ਕੈਨੇਡਾ, ਯੂਰਪ, ਅਮਰੀਕਾ ਦਾ, ਕੈਨੇਡਾ ਦਾ, ਤੇ ਈਵਨ ਦੁਬਈ ਵੀ ਮੇਰਾ ਇਸ ਉਹਦੇ ਵਿੱਚ ਹੀ ਹੈ ਜੀ। ਤੇ ਇਹ ਅਸੀਂ ਮਤਲਬ ਇਸ ਪਲਾਨ ਦਾ ਹਿੱਸਾ ਜਿਹੜੀ ਲੌਂਗ ਰੇਂਜ ਲਈ ਅਸੀਂ ਰੱਖੀ ਹੋਈ ਆ, ਲੇਕਿਨ ਉਹਦੀਆਂ ਤਿਆਰੀਆਂ ਹੁਣੇ ਤੋਂ ਚੱਲ ਰਹੀਆਂ। ਯਾਨੀ ਕਿ ਵਰਲਡ ਗੱਤਕਾ ਐਸੋਸੀਏਸ਼ਨ ਜਾਂ ਫੈਡਰੇਸ਼ਨ, ਯੈਸ, ਵਰਲਡ ਗੱਤਕਾ ਫੈਡਰੇਸ਼ਨ ਦੇ ਅੰਡਰ ਮੈਂ ਇਹ ਟੂਰ ਨੂੰ। ਪਰ ਇਹਦੇ ਚ ਇੱਕ ਮੈਨੂੰ ਇਹ ਗੱਲ ਥੋੜਾ ਜਿਹਾ ਸਾਡੇ ਦਰਸ਼ਕ ਵੀ ਮੇਰਾ ਖਿਆਲ ਚਾਹਣਗੇ ਕਿ ਜਿਹੜਾ ਗੱਤਕਾ ਹੈ ਜੀ, ਗੱਤਕੇ ਨੂੰ ਅਸਲ ਵਿੱਚ ਸਿੱਖ ਵਿਰਾਸਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਿਹੜਾ 10ਮ ਪਾਤਸ਼ਾਹੀ ਦਾ ਜਿਹੜਾ ਬਾਣਾ ਹੈ ਜੀ, ਨੀਲਾ ਬਾਣਾ ਜਿਹੜਾ ਅਸੀਂ ਕਹਿੰਦੇ ਆ, ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਕਸਰ। ਜਦੋਂ ਵੀ ਤੁਸੀਂ ਗੱਤਕਾ ਤੁਹਾਡੇ ਦਿਮਾਗ 'ਚ ਆਉਣਾ ਆ ਤਾਂ ਤੁਹਾਨੂੰ ਇਹ ਲੱਗੇਗਾ ਜਿਵੇਂ ਉਸ ਬਾਣੇ ਦੇ ਵਿੱਚ ਕੁਝ ਲੋਕ ਜਿਹੜੇ ਹੈਗੇ ਆ ਵੀ ਉਹ ਗੱਤਕਾ ਖੇਡ ਰਹੇ ਆ ਜਾਂ ਉਹ ਆਪਣੇ ਕਰਤੱਵ ਦਿਖਾ ਰਹੇ ਆ ਜੀ। ਤੋ ਇਸ ਚੀਜ਼ ਨੂੰ ਜਿਹੜਾ ਹੈਗਾ ਜੇ ਸਿੰਪਲੀਫਾਈ ਕਰਨਾ ਹੋਵੇ ਕਿ ਇਹਦੇ ਵਿੱਚ ਕੌਣ ਲੋਕ ਹਿੱਸਾ ਲੈ ਸਕਦੇ ਨੇ, ਕੌਣ ਹਿੱਸਾ ਨਹੀਂ ਲੈ ਸਕਦੇ, ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ। ਹਾਂ, ਮੈਂ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਕਿ ਗੱਤਕਾ ਸੋਟੀ ਇਹ ਸਾਡੇ ਜਿਹੜੀ ਸਿੱਖ ਸ਼ਸਤਰ ਵਿੱਦਿਆ ਦਾ ਭੰਡਾਰ ਹੈ ਉਹਦਾ ਇੱਕ ਪਾਰਟ ਹੈ। ਅੱਛਾ, ਅਸੀਂ ਕੀ ਹੈ ਜੀ, ਅਸੀਂ ਬੱਸ ਸਟੈਂਡ ਤੇ ਬੱਸ ਸਟਾਪ ਉਹਦੇ 'ਚ ਫਰਕ ਨਹੀਂ ਰੱਖਿਆ ਹੋਇਆ ਸੀ ਲੋਕਾਂ ਨੇ। ਅਸੀਂ ਪਿੰਡ ਦੇ ਬੱਸ ਸਟਾਪ ਨੂੰ ਵੀ ਬੱਸ ਅੱਡਾ ਕਹਿੰਦੇ ਆ, ਤੇ ਜਿਹੜਾ ਸ਼ਹਿਰ ਦਾ ਅੰਤਰਰਾਜੀ ਬੱਸ ਅੱਡਾ ਜਿੱਥੋਂ ਸਾਰੇ ਸਟੇਟ ਉਹਨੂੰ ਵੀ ਬੱਸ ਅੱਡਾ ਕਹਿੰਦੇ ਆ। ਇਹ ਅਸੀਂ ਮੈਂ ਮਦਨਦੀਪ ਜੀ ਪਲੀਜ਼ ਤੁਹਾਡੇ ਰਾਹੀਂ ਤੇ ਸਾਂਝਾ ਟੀਵੀ ਲਈ ਮੈਂ ਇਹ ਗੱਲ ਕਲੀਅਰ ਕਰਕੇ ਚਾਹੁੰਦਾ ਕਿ ਤੁਸੀਂ ਗੱਤਕਾ ਕਹਿ ਕੇ ਉਸ ਸਾਡੀ ਸ਼ਸਤਰ ਵਿੱਦਿਆ ਨੂੰ ਛੋਟਾ ਕਰ ਰਹੇ ਹੋ। ਉਹ ਇਹ ਆ ਵੀ ਤੁਸੀਂ ਕਿਸੇ ਵੱਡੇ ਅਫਸਰ ਨੂੰ ਕਲਰਕ ਕਹਿ ਦੋ। ਸਾਡਾ ਸਿੱਖ ਸ਼ਸਤਰ ਵਿੱਦਿਆ ਬਹੁਤ ਵੱਡਾ ਭੰਡਾਰ ਹੈ, ਉਸ ਨੂੰ ਸਾਡੀ ਸ਼ਸਤਰ ਕਲਾ ਕਰਨੀ ਦੀ ਲੋੜ ਹੈ, ਸ਼ਸਤਰ ਵਿੱਦਿਆ ਕਰਨ ਦੀ ਲੋੜ ਹੈ, ਸ਼ਸਤਰ ਪ੍ਰਦਰਸ਼ਨ। ਜਿਹੜਾ ਤੁਸੀਂ ਨਗਰ ਕੀਰਤਨਾਂ ਦੇਖਦੇ ਹੋ ਉਹਨੂੰ ਸ਼ਸਤਰ ਪ੍ਰਦਰਸ਼ਨ ਕਹਿਣਾ, ਲੇਕਿਨ ਸਾਡੀ ਮੀਡੀਆ ਵੀ, ਸਾਡੇ ਲੋਕ ਵੀ, ਅਸੀਂ ਵੀ ਕਹਿੰਦੇ ਗੱਤਕਾ ਖੇਡ ਰਹੇ ਆ। ਹਾਂ ਬਿਲਕੁਲ, ਮੈਂ ਉਹ ਸ਼ਸਤਰ ਪ੍ਰਦਰਸ਼ਨ ਹੀ ਕਰ ਰਹੇ ਆ ਜੀ। ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਸੀ ਤੁਹਾਡੇ ਕੋਲੇ। ਤੇ ਉਹ ਸ਼ਸਤਰ ਪ੍ਰਦਰਸ਼ਨੀ ਹੁੰਦੀ ਆ ਜਿਹਦੇ ਚ ਪੂਰੇ ਬਾਣੇ ਦੇ ਵਿੱਚ ਸਜੇ ਹੋਏ ਸਿੰਘ ਗੱਤਕਾ ਸੋਟੀ ਸਮੇਤ ਚੱਕਰ, ਸੋਟੀ, ਲਾਠੀ, ਤਲਵਾਰ, ਕਿਰਪਾਨ ਸਭ ਕੁਝ ਖੇਡਦੇ ਆ। ਉਹ ਸਾਡਾ ਇੱਕ ਸ਼ਸਤਰ ਪ੍ਰਦਰਸ਼ਨੀ ਕਰ ਰਿਹਾ, ਸ਼ਸਤਰ ਕਲਾ ਖੇਡ ਰਿਹਾ, ਸ਼ਸਤਰ ਵਿੱਦਿਆ ਨੂੰ ਡੈਮੋਸਟ੍ਰੇਟ ਕਰ ਰਹੇ ਆ। ਇਹ ਉਸ ਚੋਂ ਕੱਢੀ ਹੋਈ ਇਕੱਲੀ ਸੋਟੀ ਆ। ਇਹ ਜਦੋਂ ਸੋਟੀ ਹੈ ਇਕੱਲੀ, ਮੈਂ ਦੱਸਿਆ ਵੀ 1936 ਤੋਂ ਚੱਲ ਰਹੀ ਆ। 1936 ਤੋਂ ਇਹ ਇੱਕ ਸਕੂਲਾਂ ਦਾ ਪਾਰਟ ਸੀ। ਜਦੋਂ ਇੱਕ ਸਪੋਰਟਸ ਸੀ 1936 ਦੇ, ਅੱਜ ਤੋਂ 84-85 ਸਾਲ ਹੋ ਗਏ ਇਸ ਨੂੰ ਹਨਾ ਚੱਲਦਿਆਂ, ਤੇ 84-85 ਸਾਲਾਂ ਤੋਂ ਇਹ ਮਤਲਬ ਇੱਕ ਬਤੌਰ ਖੇਡ ਸੀ। ਸਪੋਰਟਸ ਮੀਨਸ ਫॉर ਆਲ। ਜਦੋਂ ਇੱਕ ਸਪੋਰਟਸ ਨੂੰ ਤੁਸੀਂ ਓਲੰਪਿਕ ਤੱਕ ਲੈ ਕੇ ਚੱਲੇ ਹੋ, ਫਿਰ ਉਹ ਫॉर ਆਲ ਹੁੰਦੀ ਆ। ਐਨੀ ਰਿਲੀਜਨ, ਕਾਸਟ, ਕ੍ਰੀਡ ਉਹ ਤੋਂ ਉੱਪਰ ਉੱਠ ਕੇ ਹੁੰਦੀ ਆ। ਇਸ ਦੇ ਵਿੱਚ ਕਿਉਂਕਿ ਗੱਤਕਾ ਸੋਟੀ ਹੈ, ਸੋਟੀ ਨੂੰ ਕੋਈ ਵੀ ਖੇਡ ਸਕਦਾ ਹੈ। ਤੇ ਜਿਹੜੀ ਹੈਗੀ ਸਾਡੀ ਸਿੱਖ ਸ਼ਸਤਰ ਵਿੱਦਿਆ, ਉਸ ਨੂੰ ਸਿਰਫ ਤੇ ਸਿਰਫ ਜਿਹੜਾ ਬਾਣੇ ਵਾਲਾ ਤੇ ਜਿਹਨੇ ਦੁਮਾਲਾ ਸਜਾਇਆ ਤੇ ਜਿਹੜਾ ਅੰਮ੍ਰਿਤਧਾਰੀ ਉਹੀ ਖੇਡ ਸਕਦਾ। ਸਾਡੀ ਐਸੋਸੀਏਸ਼ਨ ਜਿਹੜੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆ, ਇਹ ਗੱਤਕਾ ਸੋਟੀ ਨੂੰ ਬਤੌਰ ਓਲੰਪਿਕ ਤੱਕ ਲਿਜਾਣ ਲਈ ਵਰਲਡ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਲੈ ਕੇ ਜਾ ਰਹੀ ਹੈ। ਹਰੇਕ ਧਰਮ ਦਾ ਕੋਈ ਵੀ ਵੀ ਖੇਡ ਸਕਦਾ। ਲੇਕਿਨ ਜਿਹੜਾ ਸਾਡੀ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਹੈ, ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਹੈ ਸਾਡੀ, ਉਹ ਜਿਹੜਾ ਸਾਡਾ ਵਿਰਾਸਤੀ ਗੱਤਕਾ ਉਸ ਨੂੰ ਪ੍ਰਮੋਟ ਕਰਦੀ ਆ। ਉੱਥੇ ਸੋਟੀ ਦੇ ਸਮੇਤ ਜਿੰਨੇ ਸ਼ਸਤਰ ਨੇ ਉਹ ਖੇਡੇ ਜਾਂਦੇ ਆ। ਉੱਥੇ ਬਾਣੇ ਨਾਲ ਖੇਡੇ ਜਾਂਦੇ ਆ। ਉੱਥੇ ਜਿਹੜਾ ਹੈਗਾ ਦੁਮਾਲਾ ਸਜਾਉਣਾ ਜ਼ਰੂਰੀ ਹੈ, ਉੱਥੇ ਕਮਰ ਕੱਸਾ ਲਾਉਣਾ ਜ਼ਰੂਰੀ ਹੈ, ਉੱਥੇ ਹਰ ਤਰ੍ਹਾਂ ਦੀ ਜ਼ਰੂਰੀ ਆ। ਲੇਕਿਨ ਇੱਧਰ ਸਾਡੀ ਸੋਟੀ ਦੇ ਵਿੱਚ ਕੀ ਹੈ, ਇੱਧਰ ਟੀ ਸ਼ਰਟ ਹੈ ਤੇ ਲੋਅਰ ਹੈ, ਪਲੱਸ ਜਿਹੜਾ ਵੀ ਬੱਚਾ ਖੇਡੂ ਉਹਨੂੰ 2.5 ਮੀਟਰ ਦਾ ਪਟਕਾ ਸਜਾਉਣਾ ਹੈ, ਪਲੱਸ ਬੱਚੇ ਨੇ ਕਮਰ ਕੱਸਾ ਲਾਉਣਾ। ਇਹ ਸਾਡਾ ਇੱਧਰ ਮਤਲਬ ਕਮਰ ਕੱਸਾ ਚਾਹੇ ਬੈਲਟ ਜਿਹਨੂੰ ਆਪਾਂ ਕੋਈ ਕਹਿ ਦਈਏ ਉਹ ਲਾਉਣੀ ਹੈ, ਕਿਉਂਕਿ ਉਹਦੇ ਲਈ ਸਾਡੇ ਪੁਆਇੰਟ ਹੁੰਦੇ ਆ ਵੀ ਜੇ ਤੁਸੀਂ ਬਿਲੋ ਦਾ ਬੈਲਟ ਲਾ
ਰਹੇ ਹੋ ਤਾਂ 1 ਪੁਆਇੰਟ ਹੈ, ਬਿਲੋ ਅਬਵ ਦਾ ਬੈਲਟ ਹੈ 2 ਪੁਆਇੰਟ ਨੇ, ਸਿਰ ਤੇ ਮਾਰਦੇ ਹੋ ਤਾਂ 3 ਨੇ, ਬੈਕ ਸਾਈਡ ਤੇ ਮਾਰਦੇ ਹੋ ਤਾਂ ਵੀ 3 ਨੇ। ਇਹ ਪੁਆਇੰਟ ਸਿਸਟਮ ਹੈ ਤੇ ਪੁਆਇੰਟ ਸਿਸਟਮ ਨਾਲ ਮਤਲਬ ਅਟੈਕ ਜਿਹੜਾ ਹੈਗਾ ਉਹਦਾ ਅਟੈਕ ਹੈ। ਪਰ ਇਹਦੇ ਵਿੱਚ ਇੱਕ ਹੋਰ ਸਵਾਲ ਹੈ, ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਸਾਡੇ ਦਰਸ਼ਕਾਂ ਲਈ ਵੀ, ਉਹ ਇਹ ਆ ਕਿ ਜੇ ਇਹਦੇ ਵਿੱਚ ਕਿਸੇ ਨੇ ਬਕਾਇਦਾ ਤੌਰ ਤੇ ਸ਼ਮੂਲੀਅਤ ਕਰਨੀ ਹੋਵੇ ਇਸ ਖੇਡ ਦੇ ਵਿੱਚ, ਜਿਹੜਾ ਇਸ ਖੇਡ ਬਾਰੇ ਜਾਣਦਾ ਨਹੀਂ ਪਰ ਉਹ ਇਸ ਖੇਡ ਨੂੰ ਖੇਡਣਾ ਚਾਹੁੰਦਾ ਹੈ, ਤਾਂ ਉਹਦੇ ਲਈ ਕੀ ਪ੍ਰੋਵੀਜ਼ਨ ਆ? ਕੀ ਇਹਦੇ ਲਈ ਕੋਈ ਫੀਸ ਰੱਖੀ ਹੋਈ ਹੈ? ਕੀ ਉਹਦੇ ਲਈ ਇਹ ਫ੍ਰੀ ਐਂਟਰੀ ਹੈ? ਉਹਦੇ ਬਾਰੇ ਕੀ ਤੁਸੀਂ ਕੀਤਾ ਹੋਇਆ? ਸਾਡਾ ਇਹ ਆ ਜੀ, ਮੈਂ ਪਹਿਲਾਂ ਹੀ ਜਿਵੇਂ ਦੱਸ ਕੇ ਹਟਿਆ, ਕੋਈ ਵੀ 10 ਸਾਲ ਤੋਂ ਉੱਪਰ ਦਾ ਬੱਚਾ, ਜੇ ਕੋਈ ਬਹੁਤਾ ਬੱਚਾ ਸਿਆਣਾ ਹੁੰਦਾ ਤਾਂ 8 ਸਾਲ ਤੋਂ ਵੀ ਅਸੀਂ ਐਂਟਰੀ ਕਰਾ ਲੈਂਦੇ ਹਾਂ, ਲੇਕਿਨ 10 ਸਾਲ ਦੀ ਏਜ ਹੈ ਘੱਟੋ ਘੱਟ ਜੇ ਬੱਚੇ ਨੇ ਗੱਤਕੇ ਦੇ ਵਿੱਚ ਐਂਟਰ ਹੋਣਾ। 8 ਸਾਲ ਤੋਂ ਕਿੰਨੇ ਸਾਲ ਤੱਕ? ਉੱਪਰ ਕੋਈ ਵੀ ਏਜ ਹੈ ਜੀ, ਚਾਹੇ ਤੁਸੀਂ ਵੀ ਆਪਣੀ ਏਜ 'ਚ ਹੁਣ ਸਿੱਖ ਲਓ, ਇਹ ਤੋਂ ਬਜ਼ੁਰਗ ਵੀ ਸਿੱਖ ਸਕਦੇ ਆ। ਗੱਤਕਾ ਬਹੁਤ ਸੌਖੀ, ਸਸਤੀ ਤੇ ਸੁਖਾਲੀ ਖੇਡ ਹੈ। ਸਿਰਫ ਇੱਕ ਸੋਟੀ ਚਾਹੀਦੀ ਆ, 4 ਮੰਜਿਆਂ ਜਿੰਨਾ ਥਾਂ ਚਾਹੀਦਾ ਗਰਾਊਂਡ ਲਈ, ਤੇ ਹੋਰ ਕੋਈ ਮਹਿੰਗੀ ਹੈ ਨਹੀਂ, ਪਰ ਸੌਖੀ ਸੁਖਾਲੀ ਇੰਨੀ ਆ ਜੀ। ਸਾਡਾ ਗੱਤਕਾ, ਜੇ ਮੈਂ ਸਿੰਪਲ ਤੁਹਾਨੂੰ ਲਫ਼ਜ਼ਾਂ ਦੀ ਕਹਾਂ, ਜਿਵੇਂ ਅਸੀਂ ਕਹਿੰਦੇ ਹਾਂ, ਜੇ ਅਸੀਂ ਗੁਰਸਿੱਖੀ ਨੂੰ ਡੈਪੀਸਿਟ ਕਰਨਾ ਹੋਵੇ, ਦੱਸਣਾ ਹੋਵੇ, ਤਾਂ ਅਸੀਂ ਕਹਿੰਦੇ ਹਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। 3 ਚੀਜ਼ਾਂ ਸਾਡੇ ਬੁਨਿਆਦੀ ਅਸੂਲ ਨੇ। ਇਹਦਾ ਬੁਨਿਆਦੀ ਅਸੂਲ ਇਹ ਆ ਜੀ, ਰੋਕੋ ਤੇ ਠੋਕੋ। ਸਾਹਮਣਾ ਜਦੋਂ ਚੜ ਕੇ ਚੜ੍ਹਾਈ ਕਰਦਾ ਹੈ, ਵਾਰ ਰੋਕਣਾ ਤੇ ਵਾਰ ਕਰਨਾ ਹੈ, ਕਿਉਂਕਿ ਗੁਰੂ ਸਾਹਿਬ ਨੇ ਹਮੇਸ਼ਾ ਤਲਵਾਰ ਸਾਨੂੰ ਜਦੋਂ ਕਿਰਪਾਨ ਦਿੱਤੀ ਹੈ, ਕਿਰਪਾਨ ਕਿਰਪਾ ਆਨ, ਅਸੀਂ ਵਾਰ ਅਸੀਂ ਸੁਰੱਖਿਆ ਲਈ ਆ ਸਾਨੂੰ ਵਾਰ, ਠੀਕ ਹੈ ਨੀ, ਜਿਹੜੀ ਕਿਰਪਾਨ ਹੈ। ਤੇ ਜਦੋਂ ਇਹ ਸੋਟੀ ਵੀ ਹੈ, ਇਹ ਵੀ ਸੁਰੱਖਿਆ ਲਈ ਹੈ। ਅਸੀਂ ਇਸ ਨੂੰ ਅਟੈਕ ਕਰਨ ਲਈ ਨਹੀਂ ਵਰਤਦੇ, ਅਸੀਂ ਆਪਣੀ ਸੁਰੱਖਿਆ ਲਈ ਵਰਤਦੇ। ਜਿਹੜਾ ਗੱਤਕਾ ਖਿਡਾਰੀ ਆ ਉਹ ਆਪਣੀ ਸੁਰੱਖਿਆ, ਆਪਦੇ ਆਂਢ ਗੁਆਂਢ ਦੀ, ਆਪਦੇ ਹੋਰ ਦੀ, ਆਪਦੇ ਸਮਾਜ ਦੀ ਸੁਰੱਖਿਆ ਕਰਦਾ ਹੈ। ਤੇ ਇਸ ਕਰਕੇ ਉਹ ਜਦੋਂ ਗੱਤਕਾ 'ਚ ਵੀ ਇਹੀ ਹੈ, ਜਦੋਂ ਬੰਦਾ ਚੜ੍ਹਾਈ ਕਰਕੇ ਮਾਰਦਾ ਤਾਂ ਉਸਨੇ ਉਹਨੂੰ ਰੋਕਣਾ, ਦੈਨ ਫਿਰ ਠੋਕਣਾ। ਰੋਕੋ ਤੇ ਠੋਕੋ, ਇਸ ਸਿਧਾਂਤ ਤੇ ਇਹ ਗੱਤਕਾ ਖੇਡ ਚੱਲਦੀ ਆ। ਰਹੀ ਸਿਖਲਾਈ ਦੀ, ਕਿਤੇ ਵੀ ਕੋਈ ਵੀ ਟਾਈਮ 10 ਸਾਲ ਤੋਂ ਉੱਪਰ ਦਾ ਬੱਚਾ ਇਹਨੂੰ ਸਿੱਖ ਸਕਦਾ। ਕਿਸੇ ਵੀ ਜਾਤ ਧਰਮ ਦਾ ਬੱਚਾ ਗੱਤਕਾ ਸੋਟੀ, ਮੈਂ ਫਿਰ ਉਹੀ ਲਫ਼ਜ਼, ਗੱਤਕਾ ਸੋਟੀ ਨੂੰ ਸਿੱਖ ਸਕਦਾ। ਔਰ ਉਹ ਸਭ ਤੋਂ ਵੱਡੀ ਇਹਦੇ 'ਚ ਜੁੜਿਆਂ ਦਾ ਇਹ ਫਾਇਦਾ ਜੀ ਕਿ ਦੇਖੋ, ਸੈਲਫ ਡਿਫੈਂਸ ਦੀ ਖੇਡ ਹੈ, ਸਸਤੀ ਖੇਡ ਹੈ, ਜਦੋਂ ਮਰਜ਼ੀ, ਖਾਸ ਕਰਕੇ ਕੁੜੀਆਂ ਲਈ ਬਹੁਤ ਜ਼ਰੂਰੀ ਹੈ। ਤੁਸੀਂ ਕਿਤੇ ਵੀ ਕੁੜੀ ਰੱਖਿਆ ਲਈ ਬੜੀ ਅੱਛੀ ਗੇਮ ਹੈ, ਚਾਹੇ ਦਰਖਤ ਦਾ ਡੰਡਾ ਤੋੜ ਲਏ ਤਾਂ ਆਪਣੇ ਮਨ ਚਲਿਆਂ ਤੋਂ ਜਿਹੜੇ ਕੋਈ ਸ਼ਰਾਰਤੀ ਨੇ ਉਹਨਾਂ ਦਾ ਮੁਕਾਬਲਾ ਕਰ ਸਕਦੀ ਹੈ। ਫਿਰ ਇੱਧਰਲੇ ਪਾਸੇ ਬੱਚਾ ਆਇਆ, ਘੱਟੋ ਘੱਟ ਆਪਣੀ ਵਿਰਾਸਤ ਨਾਲ ਜੁੜਦਾ ਹੈ, ਆਪਣੀ ਬੋਲੀ ਨਾਲ, ਆਪਣੇ ਬਾਣੇ ਨਾਲ ਜੁੜਦਾ ਹੈ। ਜਿਹੜਾ ਬੱਚਾ ਸਿੱਖ ਬੱਚਾ, ਉਹਨੇ ਆਖਰ ਨੂੰ ਆਪਣੇ ਬਾਣੇ ਵੱਲ ਜਾਣਾ ਤੇ ਨਸ਼ਿਆਂ ਤੋਂ ਰਹਿਤ ਹੁੰਦੀ ਹੈ ਇਹ ਖੇਡ। ਦੂਸਰੀ ਗੱਲ, ਜਿਹੜੇ ਇਹਦੇ ਮੈਡੀਸਨ ਵਾਲੇ ਫਾਇਦੇ ਨੇ, ਮੈਡੀਕਲ ਵਾਲੇ, ਉਹ ਬਹੁਤ ਨੇ। ਕਿਉਂਕਿ ਦੇਖੋ ਇਹਦੇ 'ਚ ਨਾ ਜੀ, ਜਦੋਂ ਖੇਡਦੇ ਟਿਕ ਟਿਕੀ ਲਾ ਕੇ ਖੇਡਦੇ ਆ, ਜੇ ਤੁਸੀਂ 1 ਸੈਕਿੰਡ ਵੀ ਖੁੰਝ ਗਏ ਤਾਂ ਉਹ ਡੰਡਾ ਪਤਾ ਨਹੀਂ ਸਿਰ 'ਚ ਪੈਣਾ, ਪਤਾ ਨਹੀਂ ਕਿੱਥੇ ਪੈਣਾ। ਤੇ ਇਸ ਕਰਕੇ ਉਹ ਜਦੋਂ ਟਿਕ ਟਿਕੀ ਲਾ ਕੇ ਖੇਡਦੇ ਆ ਤਾਂ ਦੈਨ ਸਾਡੀ ਆਈ ਸਾਈਟ ਵੀ, ਮੈਡੀਟੇਸ਼ਨ ਵੀ ਹੁੰਦੀ ਹੈ, ਪਲੱਸ ਸਰੀਰ ਦੇ ਟੌਕਸਿਨ ਨਿਕਲਦੇ ਆ ਜਦੋਂ ਬੱਚੇ ਖੇਡਦੇ ਆ ਜਾਂ ਕਰਦੇ ਆ। ਇੱਕ ਇਹਦੇ 'ਚ ਹੋਰ, ਕਿਉਂਕਿ ਸਾਡੇ ਕੋਲ ਟਾਈਮ ਬੜਾ ਥੋੜਾ ਬਚਿਆ ਤੇ ਸਵਾਲ ਬੜਾ ਮਹੱਤਵਪੂਰਨ ਹੈ ਕਿ ਜਿਹੜੀ ਇਹ ਖੇਡ ਹੈ, ਜਿਵੇਂ ਬਾਕੀ ਖੇਡਾਂ ਦੇ ਵਿੱਚ ਜਦੋਂ ਨੈਸ਼ਨਲ ਕੋਈ ਗੇਮ ਖੇਡਦਾ, ਉਦੋਂ ਜੇ ਜਿੱਤ ਕੇ ਆਉਂਦਾ ਤਾਂ ਉਹਨੂੰ ਸੋਨ ਤਗਮੇ ਮਿਲਦੇ ਆ ਜਾਂ ਚਾਂਦੀ ਦੇ ਮਿਲਦੇ ਆ, ਦੂਸਰੇ ਮਿਲਦੇ ਆ। ਤਾਂ ਇਹਦੇ ਵਿੱਚ ਵੀ ਮਤਲਬ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਅੱਗੇ ਜਾ ਕੇ ਹੋਣੀ ਹੈ ਕਿ ਕੋਈ ਜੇ ਇਸ ਤਰ੍ਹਾਂ ਦੀ ਕੋਈ ਗੇਮ ਜਿੱਤ ਕੇ ਆਉਂਦਾ, ਨੈਸ਼ਨਲ ਗੇਮ ਜਿੱਤ ਕੇ ਆਉਂਦਾ, ਤਾਂ ਉਹਨੂੰ ਵੀ ਇਸੇ ਤਰ੍ਹਾਂ ਨਾਲ ਸਨਮਾਨਿਤ ਕੀਤਾ ਜਾਂਦਾ? ਬਿਲਕੁਲ ਜੀ, ਸਾਡੇ ਉਸੇ ਤਰ੍ਹਾਂ ਗੋਲਡ, ਸਿਲਵਰ, ਬ੍ਰੌਂਜ ਮੈਡਲਸ ਹੁੰਦੇ ਆ। ਈਵਨ ਕਿ ਜਦੋਂ ਅਸੀਂ ਸਾਡਾ ਕੋਈ ਟੂਰਨਾਮੈਂਟ ਹੁੰਦਾ, ਉਹਦੇ 'ਚ ਅਸੀਂ ਜਿਹੜਾ ਹੈਗਾ ਪੁਰਸ਼ ਸ਼ਸਤਰੇਸ਼ਰ ਐਂਡ ਮਹਿਲਾ ਸ਼ਸਤਰੇਸ਼ਰ, ਮਤਲਬ ਜਿਹੜੇ ਉਸ ਪੂਰੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਮੈਡਲ ਜਿੱਤੇ ਆ, ਉਸ ਨੂੰ ਅਸੀਂ ਪੁਰਸ਼ ਸ਼ਸਤਰੇਸ਼ਰ, ਉਹ ਕਿਦਾ ਮਤਲਬ ਵੀ ਸ਼ਸਤਰਾਂ ਦਾ ਤਾਂ ਨਹੀਂ, ਉਹ ਪੁਰਸ਼ ਐਂਡ ਮਹਿਲਾ ਸ਼ਸਤਰੇਸ਼ਰ, ਸ਼ਸਤਰੇਸ਼ਰ, ਉਹ ਅਵਾਰਡ ਦਿੰਦੇ ਆ ਉਸ ਨੂੰ। ਇਸ ਤੋਂ ਬਿਨਾਂ ਜਿਹੜੇ ਸਾਡੇ ਬੱਚੇ, ਸਾਡੇ ਪੰਜਾਬ ਤੇ ਕੇਰਲਾ, 2 ਸਟੇਟ ਨੇ ਇੰਡੀਆ ਦੇ ਜਿਹੜੇ ਸਪੋਰਟਸ ਨੂੰ ਪ੍ਰਮੋਟ ਕਰਦੇ ਆ। ਇੱਥੇ ਇਹ ਆ ਕਿ ਜਿਹੜਾ ਬੱਚਾ +2 ਦੇ ਵਿੱਚ ਨੈਸ਼ਨਲ ਖੇਡਦਾ, ਕੋਈ ਵੀ ਖੇਡ, ਪੰਜਾਬ ਵੱਲੋਂ ਵੀ ਤੇ ਕੇਰਲਾ ਵੱਲੋਂ ਵੀ, ਦੋਨਾਂ ਸਟੇਟਾਂ 'ਚ ਇਹ ਉਹਨਾਂ ਨੇ ਪ੍ਰਫੁੱਲਤ ਕਰਨ ਲਈ ਰੱਖਿਆ। ਜਿਹੜਾ ਨੈਸ਼ਨਲ ਖੇਡਿਆ ਉਸ ਦੇ 25 ਨੰਬਰ, ਤੇ ਜਿਹੜਾ ਸਟੇਟ ਖੇਡਿਆ, ਪੰਜਾਬ ਸਟੇਟ ਖੇਡਿਆ, ਉਹਦੇ 15 ਨੰਬਰ। ਜਦੋਂ +2 ਦੀ ਮੈਰਿਟ ਬਣਦੀ ਆ, ਜਿਸ ਦਿਨ ਨਤੀਜਾ ਨਿਕਲਣਾ ਹੈ, ਉਸ ਤੋਂ ਪਹਿਲਾਂ ਫਿਰ ਉਹ ਬੱਚਿਆਂ ਦਾ ਦੇਖਿਆ ਜਾਂਦਾ ਸਪੋਰਟਸਮੈਨ ਕਿੰਨੇ ਨੇ।
ਉਹ ਮੰਨ ਲਓ ਤੁਸੀਂ 800 ਚੋਂ 400 ਨੰਬਰ ਲਏ ਨੇ, ਹਾਂ ਤੁਸੀਂ ਨੈਸ਼ਨਲ ਖੇਡੇ ਹੋ, ਤੁਹਾਡੇ 425 ਬਣ ਜਾਣੇ ਆ, 425 ਤੇ ਮੈਰਿਟ ਬਣਨੀ ਆ। ਬਹੁਤ ਅੱਛੀ ਗੱਲ। ਜੇ ਮਤਲਬ ਜੇ ਸਟੇਟ ਖੇਡੇ ਤਾਂ 415 ਬਣ ਜਾਣੇ ਆ। ਇਹ ਬਹੁਤ ਔਰ ਅੱਗੇ ਜਾ ਕੇ ਨੌਕਰੀਆਂ ਦੇ ਵਿੱਚ ਵੀ ਇਹਦਾ ਜਿਹੜਾ ਹੈਗਾ ਬਕਾਇਦਾ ਉਸ ਕੋਟੇ ਦੇ ਵਿੱਚ ਹੀ ਨੌਕਰੀ ਗ੍ਰੇਡੇਸ਼ਨ ਹੈ ਜੀ, ਖੇਡ ਦੀ ਗ੍ਰੇਡੇਸ਼ਨ ਹੈ, 3% ਕੋਟਾ ਹੈਗਾ, ਚਾਹੇ ਸਕੂਲਾਂ ਕਾਲਜਾਂ 'ਚ ਤੁਸੀਂ ਐਡਮਿਸ਼ਨ ਲੈਂਦੇ ਹੋ ਜਾਂ ਸਰਕਾਰੀ ਨੌਕਰੀਆਂ। ਬਾਕੀ ਜਿਵੇਂ ਅਰਜਨ ਅਵਾਰਡ, ਹੋਰ ਅਵਾਰਡ ਜਿਹੜੇ ਨੈਸ਼ਨਲ ਅਵਾਰਡ, ਉਹ ਸਾਰੇ ਐਲੀਜੀਬਲ ਉਸੇ ਤਰ੍ਹਾਂ ਜਿਵੇਂ ਬਾਕੀ ਗੇਮਾਂ ਦੇ ਵਿੱਚ ਹੈਗੇ ਆ। ਤਾਂ ਇਹ ਇੱਕ ਬੜੀ ਮਹੱਤਵਪੂਰਨ ਖੇਡ ਹੈਗੀ ਆ। ਜੇ ਇਹਦੇ ਵਿੱਚ ਕੋਈ ਹਿੱਸਾ ਲੈਣਾ ਚਾਹੁੰਦਾ ਹੋਵੇ ਤਾਂ ਗਰੇਵਾਲ ਸਾਹਿਬ ਬਿਲਕੁਲ ਖੁੱਲਾ ਸੱਦਾ ਵੀ ਦੇ ਰਹੇ ਆ ਕਿ ਕਿਸੇ ਵੀ ਉਮਰ, ਜਦੋਂ ਤੁਸੀਂ ਆਪਣੀ ਉਮਰ 'ਚ ਇਹ ਸਮਝਦੇ ਹੋ ਹੁਣ ਮੈਂ ਕੁਛ ਕਰ ਹੀ ਨਹੀਂ ਸਕਦਾ, ਤੁਹਾਨੂੰ ਕੋਈ ਅਵਾਰਡ ਹੀ ਨਹੀਂ ਮਿਲ ਸਕਦਾ, ਤੇ ਜੇ ਤੁਸੀਂ ਆਪਣੇ ਸਰੀਰਕ ਤਾਕਤ ਜੇ ਤੁਹਾਡੇ ਕੋਲ ਹੋਵੇ, ਜੇ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਿਆ ਹੋਵੇ ਜਾਂ ਰੱਖਣਾ ਹੋਵੇ, ਤਾਂ ਇਹ ਕਮਾਲ ਦੀ ਗੱਲ ਹੈਗੀ ਕਿ ਬੰਦਾ ਜਦੋਂ ਬਿਲਕੁਲ ਇਹ ਉਮੀਦ ਹੀ ਬੰਦੇ ਨੂੰ ਖਤਮ ਹੋ ਜਾਂਦੀ ਹੈ, ਉਦੋਂ ਵੀ ਅਵਾਰਡ ਜਿੱਤ ਸਕਦਾ ਹੈ। ਉਦੋਂ ਵੀ ਅਵਾਰਡ ਜਿੱਤ ਸਕਦਾ, ਔਰ ਸੈਲਫ ਡਿਫੈਂਸ ਤਾਂ ਸਾਰੀ ਉਮਰ ਕੰਮ ਆਉਂਦਾ ਹੈ ਜੀ। ਸੈਲਫ ਡਿਫੈਂਸ ਸਾਰੀ ਉਮਰ ਖੇਡਾਂ ਜਾ ਸਕਦਾ ਹੈ ਨਾ ਜੀ, ਤੇ ਹਰ ਤਰ੍ਹਾਂ ਦੇ ਕੋਈ ਮਤਲਬ ਜਿੱਥੇ ਵੀ ਪਾਰਟੀਸਪੇਟ ਕਰ ਸਕਦਾ ਹੈ। ਖਾਸ ਕਰਕੇ ਲੜਕੀਆਂ ਲਈ ਬੜੀ ਲੜਕੀਆਂ ਲਈ ਮਹੱਤਵਪੂਰਨ, ਬਹੁਤ ਵੱਡੀ ਗੱਲ ਹੈ ਜੀ, ਬਹੁਤ ਮਹੱਤਵਪੂਰਨ ਗੇਮ ਹੈ। ਤੇ ਸਾਡੀਆਂ ਵੈਬਸਾਈਟਸ ਬਣੀਆਂ ਨੇ, ਸਾਡੀਆਂ ਸੋਸ਼ਲ ਮੀਡੀਆ ਤੇ ਹੈਗਾ www.gatkaa.com। ਉਹ ਵੈਬਸਾਈਟ ਤੇ ਜਾ ਕੇ ਕੋਈ ਵੀ ਸਾਡਾ ਕੰਟੈਕਟ ਲੈ ਸਕਦੇ ਆ, ਸਾਨੂੰ ਕੋਈ SMS ਕਰ ਦੁਬਾਰਾ ਸਕਦੇ ਆ। ਤੁਸੀਂ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਸਾਡੀ ਵੈਬਸਾਈਟ ਹੈ ਜੀ www.gatkaa.com। ਇਹ ਸਾਡੀ ਵੈਬਸਾਈਟ ਹੈ, ਉੱਥੇ ਸਾਰੇ ਕੰਟੈਕਟ ਨੇ, ਉੱਥੇ ਰੂਲ ਬੁੱਕ ਵੀ ਪਈ ਹੈ, ਜੇ ਕਿਸੇ ਨੇ ਰੂਲ ਬੁੱਕ ਤੋਂ ਸਿੱਖਣਾ ਹੋਵੇ, ਪੜ੍ਹਨਾ ਹੋਵੇ, ਵੀਡੀਓਜ਼ ਪਈਆਂ। ਸਾਡੇ ਸੋਸ਼ਲ ਮੀਡੀਆ ਤੇ ਚੈਨਲ ਨੇ, ਨੈਸ਼ਨਲ ਗੱਤਕਾ ਐਸੋਸੀਏਸ਼ਨ, ਵਰਲਡ ਗੱਤਕਾ ਫੈਡਰੇਸ਼ਨ, ਤੇ ਉਹ ਸਾਡੇ ਸਾਰੇ ਅਕਾਊਂਟ ਬਣੇ ਹੋਇਆ। ਸਾਡੇ ਮੋਬਾਈਲ ਨੰਬਰ ਵੀ ਉੱਥੇ ਦਿੱਤੇ ਹੋਇਆ। ਕਿਸੇ ਨੇ ਵੀ ਕਿਸੇ ਕੰਟਰੀ ਚੋਂ ਕਿਤੇ ਵੀ ਗੱਤਕੇ ਦੀ ਟ੍ਰੇਨਿੰਗ ਜਾਂ ਟੂਰਨਾਮੈਂਟ ਕਰਵਾਉਣਾ ਹੋਵੇ ਤੇ ਉਹ ਜ਼ਰੂਰ ਕਰਾਓ। ਪਰ ਇੱਕ ਮੇਰੀ ਜਾਂਦਿਆਂ ਸਾਰਿਆਂ ਨੂੰ ਇਹ ਇੱਕ ਬੇਨਤੀ ਹੈ ਕਿ ਕੁਝ ਥਾਵਾਂ ਤੇ ਗੱਤਕੇ ਦੇ ਵਿੱਚ ਰਲਾਵਟ ਹੋ ਰਹੀ ਹੈ, ਗੱਤਕੇ ਨੂੰ ਗੱਤਕਾ ਨਹੀਂ ਰਹਿਣ ਦਿੱਤਾ, ਉਹਦੇ 'ਚ ਮੂੰਹ 'ਚੋਂ ਅੱਗ ਕੱਢਣੀ, ਤਲਵਾਰਾਂ ਉਹ ਪੀ ਕੇ, ਤੇਲ ਪੀ ਕੇ ਅੱਗ ਕੱਢਣੀ ਆ, ਜਾਂ ਕੱਚ ਖਾਣਾ ਜਾਂ ਹੋਰ ਕਰਨਾ, ਉਸ ਨੂੰ ਕਿਤੇ ਕੋਈ ਇਹਦਾ ਹਿੱਸਾ ਨਹੀਂ ਹੈ। ਅਸੀਂ ਉਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ, ਨਾ ਹੀ ਉਹਨਾਂ ਨੂੰ ਕਿਸੇ ਨਗਰ ਕੀਰਤਨਾਂ ਵਿੱਚ ਦਾ ਇਹ ਥਾਂ ਤੇ ਉਹਨਾਂ ਨੂੰ ਇਨਕਲੂਡ ਕਰਾਓ। ਆਪਾਂ ਗੱਤਕੇ ਨੂੰ ਗੱਤਕਾ ਹੀ ਰਹਿਣ ਦਈਏ। ਬਹੁਤ ਮਿਹਰਬਾਨੀ ਗਰੇਵਾਲ ਸਾਹਿਬ, ਬਹੁਤ ਮਿਹਰਬਾਨੀ। ਸੋ ਇਹ ਸਨ ਹਰਜੀਤ ਸਿੰਘ ਗਰੇਵਾਲ ਜੀ, ਜਿਨ੍ਹਾਂ ਨੇ ਗੱਤਕੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਕਿ ਇਹ ਜਿਹੜੀ ਵਿਰਾਸਤੀ ਖੇਡ ਆ, ਇਹਦੀ ਮਹੱਤਤਾ ਕੀ ਹੈ ਔਰ ਤੁਹਾਡੇ ਜੀਵਨ ਦੇ ਵਿੱਚ ਇਹਦਾ ਯੋਗਦਾਨ ਕੀ ਹੈ। ਔਰ ਇਸ ਗੇਮ ਨੂੰ ਜੇ ਤੁਸੀਂ ਅਡਾਪਟ ਕਰਦੇ ਹੋ, ਜੇ ਤੁਸੀਂ ਇਸ ਗੇਮ ਨੂੰ ਲੈਂਦੇ ਹੋ, ਜੇ ਤੁਸੀਂ ਇਸ ਗੇਮ ਦੇ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਯਾਨੀ ਕਿ ਕੌਮੀ ਤੇ ਕੌਮਾਂਤਰੀ, ਭਾਰਤ ਵਿੱਚ ਤੇ ਭਾਰਤ ਤੋਂ ਬਾਹਰ ਵੀ ਬਕਾਇਦਾ ਤੌਰ ਤੇ ਮਾਨਤਾ ਮਿਲਦੀ ਹੈ। ਸੋ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਨੂੰ ਇੱਕ ਅਜਿਹੀ ਇੱਕ ਵਿਰਾਸਤੀ ਖੇਡ ਦੇ ਨਾਲ ਵਾਬਸਤਾ ਕਰਾਇਆ ਜਿਹਨੂੰ ਪਹਿਲਾਂ ਲੋਕ ਭੁੱਲ ਚੁੱਕੇ ਸੀ, ਔਰ ਇੱਥੋਂ ਤੱਕ ਕਿ ਯੂਨੈਸਕੋ ਨੇ ਵੀ ਕਹਿ ਦਿੱਤਾ ਸੀ ਕਿ ਇਹ ਗੁੰਮੀ ਹੋਈ ਗੇਮ ਆ, ਸੋ ਇਹਨੂੰ ਲੱਭਣ ਦੀ ਲੋੜ ਹੈ। ਲੇਕਿਨ ਗਰੇਵਾਲ ਸਾਹਿਬ ਨੇ ਲਿਆ ਕੇ ਇਸ ਗੇਮ ਨੂੰ ਪੂਰੇ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਰਾਜਾਂ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ, ਔਰ ਅੱਜ ਇਹ ਦੇਸ਼ ਦੇ 21 ਸੂਬਿਆਂ ਦੇ ਅੰਦਰ ਇਸ ਗੇਮ ਨੂੰ ਬਕਾਇਦਾ ਤੌਰ ਤੇ ਜਿਹੜਾ ਹੈਗਾ ਮਾਨਤਾ ਮਿਲੀ ਹੋਈ ਹੈ, ਔਰ ਇਹ ਨੈਸ਼ਨਲ ਗੇਮ ਬਣ ਚੁੱਕੀ ਹੈ। ਹੁਣ ਇਹਨੂੰ ਅੱਗੇ ਜਾ ਕੇ ਵਰਲਡ ਗੱਤਕਾ ਫੈਡਰੇਸ਼ਨ ਦੇ ਨਾਲ ਐਸੋਸੀਏਟ ਕਰਾਉਣ ਲਈ ਪੂਰੀ ਯਤਨ ਕਰ ਰਿਹਾ ਪੂਰੀ ਤਰ੍ਹਾਂ ਨਾਲ ਗਰੇਵਾਲ ਸਾਹਿਬ। ਅਸੀਂ ਉਮੀਦ ਕਰਦੇ ਹਾਂ ਕਿ ਆਪਣੇ ਯਤਨ 'ਚ ਸਫਲ ਰਹਿਣਗੇ। ਸੋ ਬਹੁਤ ਬਹੁਤ ਸ਼ੁਕਰੀਆ।